ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਭਗਤੀ ਮਾਰਗ ਕੀ ਏ, ਇਸ ਵਿਸ਼ੇ ਤੇ, ਇਸ ਟੌਪਿਕ ਤੇ ਗੱਲਬਾਤ ਸਾਂਝੀ ਕਰਨੀ ਏ। ਇਸ ਵਿਸ਼ੇ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪਾਂ ਜੋ 1984 ਵਿੱਚ ਪੰਜਾਬ ਅੰਦਰ, ਹਿੰਦੁਸਤਾਨ ਅੰਦਰ ਜੋ ਤੀਸਰਾ ਘੱਲੂਘਾਰਾ ਵਾਪਰਿਆ, ਉਸ ਦੇ ਸਹੀ ਅਰਥਾਂ ਵਿੱਚ ਜੋ ਸ਼ਹੀਦ ਹੋਏ ਨੇ, ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਸਰਬੱਤ ਦੇ ਭਲੇ ਲਈ, ਅਤੇ ਨਾਲ ਹੀ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਸਾਨੂੰ ਸਭਨਾਂ ਨੂੰ ਸੁਮੱਤ ਦੇਵੇ, ਤਾਂ ਜੋ ਅਸੀਂ ਇਲਾਕਾਵਾਦ, ਫਿਰਕਾਵਾਦ, ਧਰਮਵਾਦ, ਜਾਤੀਵਾਦ, ਇਹਨਾਂ ਵਾਦਾਂ ਵਿਵਾਦਾਂ ਤੋਂ ਉੱਚੇ ਉੱਠ ਕੇ ਸਾਰੀ ਮਾਨਵਤਾ ਨੂੰ ਇੱਕ ਅਕਾਲ ਪੁਰਖ ਦੇ ਬੱਚੇ ਜਾਣ ਕੇ ਸਭਨਾਂ ਨਾਲ ਚੰਗਾ ਵਿਹਾਰ ਕਰੀਏ, ਸਭਨਾਂ ਨੂੰ ਇੱਕ ਪਿਤਾ ਦੇ ਪੁੱਤਰ ਪਹਿਚਾਨੀਏ, ਤਾਂ ਜੋ ਇਹੋ ਜਿਹੀਆਂ ਮੰਦ ਘਟਨਾਵਾਂ ਸੰਸਾਰ ਵਿੱਚ ਨਾ ਵਾਪਰਨ। ਸੋ ਆਓ ਹੁਣ ਆਪਾਂ ਅੱਜ ਦੇ ਵਿਸ਼ੇ ਵੱਲ ਆਉਂਦੇ ਹਾਂ। ਅੱਜ ਦਾ ਵਿਸ਼ਾ ਹੈ ਸਾਡਾ ਗੁਰੂ ਨਾਨਕ ਸਾਹਿਬ ਦਾ ਭਗਤੀ ਮਾਰਗ। ਸੋ ਇਸ ਨੂੰ ਸਮਝਣ ਲਈ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ, ਮਨੁੱਖਤਾ ਨੂੰ, ਸਾਡੇ ਜੀਵਨ ਦੇ ਹਰ ਪਹਿਲੂ ਤੋਂ ਉਹਨਾਂ ਨੇ ਸਹੀ ਮਾਰਗ ਬਖਸ਼ਿਸ਼ ਕੀਤਾ ਹੈ, ਸਹੀ ਸੇਧਾਂ ਦਿੱਤੀਆਂ ਨੇ। ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਇਹ ਗੱਲ ਸਮਝਾਈ ਕਿ ਅਸੀਂ ਗ੍ਰਸਤ ਵਿੱਚ ਰਹਿ ਕੇ ਆਪਣੀਆਂ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਨਿਭਾਉਣਾ ਹੈ। ਜਿਵੇਂ ਇੱਕ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਿਵੇਂ ਕਰਨੀ ਹੈ। ਰਾਜਿਆਂ ਨੂੰ ਰਸਤਾ ਵਿਖਾਇਆ, ਰਾਜੇ ਚੁਲੀ ਨਿਆਮ ਕੀ ਕਹਿ ਕੇ ਕਿ ਭਾਈ ਤੁਹਾਡਾ ਫਰਜ਼ ਬਣਦਾ ਹੈ, ਤੁਸੀਂ ਜਨਤਾ ਦੇ ਭਲੇ ਲਈ ਕੰਮ ਕਰੋ ਤੇ ਜਨਤਾ ਨੂੰ, ਪਬਲਿਕ ਨੂੰ ਸਹੀ ਨਿਆਂ ਦਿਓ, ਇਨਸਾਫ ਠੀਕ ਕਰੋ। ਉਸ ਵਕਤ ਦੇ ਜਿਹੜੇ ਧਾਰਮਿਕ ਆਗੂ ਸਨ, ਜਿਵੇਂ ਬ੍ਰਾਹਮਣ ਸੀ, ਜੋਗੀ ਸੀ ਅਤੇ ਕਾਜ਼ੀ ਸੀ, ਉਹਨਾਂ ਸਾਰਿਆਂ ਨੂੰ ਵੀ ਉਹਨਾਂ ਨੇ ਠੀਕ ਰਸਤਾ ਵਿਖਾਇਆ ਕਿ ਤੁਸੀਂ ਲੋਕਾਂ ਨੂੰ ਧਰਮ ਦੇ ਇਸ ਵਖਰੇਵੇਂ ਵਿੱਚ ਨਾ ਪਾਓ। ਮਨੁੱਖ ਜਾਤੀ ਦਾ ਇੱਕੋ ਇੱਕ ਧਰਮ ਹੈ, ਤੁਸੀਂ ਧਰਮ ਦੇ ਆਧਾਰ ਤੇ ਇਸ ਮਨੁੱਖ ਜਾਤੀ ਨੂੰ ਨਾ ਵੰਡੋ। ਉਹਨਾਂ ਨੂੰ ਸਮਝਾਇਆ ਕਿ ਤੁਸੀਂ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਣ ਦੀ ਬਜਾਏ ਇੱਕ ਸੱਚ ਨਾਲ ਜੋੜੋ, ਜੋ ਸਦੀਵੀ ਸੱਚ ਹੈ, ਜਿਸ ਨੂੰ ਆਪਾਂ ਪਰਮਾਤਮਾ ਆਖਦੇ ਹਾਂ। ਇਸ ਤਰ੍ਹਾਂ ਉਹਨਾਂ ਨੇ ਸਾਨੂੰ ਸਾਡੇ ਜੀਵਨ ਦੇ ਹਰ ਪਹਿਲੂ ਤੋਂ ਸੇਧ ਬਖਸ਼ੀ। ਬਿਲਕੁਲ ਇਸੇ ਹੀ ਤਰ੍ਹਾਂ ਉਹਨਾਂ ਨੇ ਸਾਨੂੰ ਇਹ ਵੀ ਸੇਧ ਬਖਸ਼ੀ ਕਿ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਪਰਮਾਤਮਾ ਦੀ ਭਗਤੀ ਕਿਵੇਂ ਕਰਨੀ ਹੈ। ਸੋ ਭਗਤੀ ਕਰਨ ਦਾ ਵੀ ਗੁਰੂ ਨਾਨਕ ਸਾਹਿਬ ਨੇ ਆਪਣਾ ਇੱਕ ਵਿਲੱਖਣ ਤਰੀਕਾ ਸਾਨੂੰ ਬਖਸ਼ਿਸ਼ ਕੀਤਾ। ਜਿਵੇਂ ਪੁਰਾਣੇ ਸਮੇਂ ਵਿੱਚ ਭਗਤੀ ਮਾਰਗ ਦੇ ਜਿਹੜੇ 3 ਮੁੱਖ ਮਾਰਗ ਮੰਨੇ ਜਾਂਦੇ ਸਨ, ਜਿਨ੍ਹਾਂ ਵਿੱਚੋਂ ਇੱਕ ਕਰਮ ਯੋਗ ਸੀ ਤੇ ਦੂਸਰਾ ਸੀ ਗਿਆਨ ਯੋਗ, ਤੀਸਰਾ ਸੀ ਭਗਤੀ ਯੋਗ। ਸੋ ਕਰਮ ਯੋਗ ਅਤੇ ਜਿਹੜਾ ਗਿਆਨ ਯੋਗ ਏ, ਉਹ ਕਰਦਿਆਂ ਹੋਇਆਂ ਅਸੀਂ ਪਰਮਾਤਮਾ ਦੇ ਨੇੜੇ ਪਹੁੰਚ ਸਕਦੇ ਹਾਂ, ਪਰ ਉਹਦੇ 'ਚ ਅਭੇਦਤਾ
ਸ਼ਾਇਦ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਸਮਝਾਇਆ ਕਿ ਜਦੋਂ ਮਨੁੱਖ ਚੰਗੇ ਕਰਮ ਕਰਦਾ ਹੈ, ਕਿਤੇ ਨਾ ਕਿਤੇ ਉਹਦੇ ਅੰਦਰ ਖਾਤੇ ਸੰਖੇਪ ਜੀ ਛੋਟੀ ਜੀ ਹਉਮੈ ਬਣ ਜਾਂਦੀ ਏ ਕਿ ਮੈਂ ਜ਼ਿੰਦਗੀ ਵਿੱਚ ਬਹੁਤ ਚੰਗੇ ਲੋਕ ਭਲਾਈ ਦੇ ਕੰਮ ਕੀਤੇ ਨੇ। ਇਸੇ ਤਰ੍ਹਾਂ ਜਿਹੜੇ ਗਿਆਨ ਯੋਗ ਵਾਲੇ ਹੁੰਦੇ ਨੇ, ਉਹਨਾਂ ਦੇ ਮਨ ਵਿੱਚ ਆਪਣੇ ਗਿਆਨ ਦਾ ਹੀ ਹੰਕਾਰ, ਸੂਖਸ਼ਮ ਜਿਹਾ ਹੰਕਾਰ ਬਣ ਜਾਂਦਾ ਹੈ। ਲੇਕਿਨ ਜਿਹੜਾ ਭਗਤੀ ਮਾਰਗ ਏ, ਇਸ ਭਗਤੀ ਮਾਰਗ ਤੇ ਕਿਸੇ ਪ੍ਰਕਾਰ ਦਾ ਕੋਈ ਅਹੰਕਾਰ ਬਣਨ ਦਾ ਚਾਂਸ ਨਹੀਂ ਹੁੰਦਾ, ਕਿਉਂਕਿ ਭਗਤ ਇਹ ਨਹੀਂ ਸੋਚਦਾ ਕਿ ਮੈਂ ਆਪਣੇ ਗਿਆਨ ਦੁਆਰਾ ਵਾਹਿਗੁਰੂ ਜੀ ਤੱਕ ਪਹੁੰਚਿਆ ਜਾਂ ਮੈਂ ਆਪਣੇ ਕਰਮਾਂ ਦੁਆਰਾ ਵਾਹਿਗੁਰੂ ਜੀ ਤੱਕ ਪਹੁੰਚਿਆ। ਸਗੋਂ ਭਗਤ ਇਹ ਸਮਝਦਾ ਹੈ ਕਿ ਮੇਰੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋਈ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਵੀ ਕੀਤਾ ਹੈ, ਉਹ ਪ੍ਰਮਾਤਮਾ ਦੀ ਕਿਰਪਾ ਦੁਆਰਾ ਕੀਤਾ ਹੈ। ਜਦੋਂ ਅਸੀਂ ਗੁਰਪ੍ਰਸਾਦ ਦੇ ਸਿਧਾਂਤ ਨੂੰ ਸਮਝਾਂਗੇ ਤੇ ਸਮਝ ਪਾਵਾਂਗੇ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਭਗਤੀ ਮਾਰਗ ਏ, ਉਹ ਆਪਣੀ ਇੱਕ ਵਿਲੱਖਣ ਕਿਸਮ ਦਾ ਮਾਰਗ ਏ। ਇਸ ਮਾਰਗ ਤੇ ਚੱਲਦਿਆਂ ਸਾਨੂੰ ਹਉਮੈ ਹੰਕਾਰ ਤੋਂ ਸਹਿ ਸੁਭਾਏ ਸਾਡਾ ਬਚਾਅ ਹੋ ਜਾਂਦਾ ਹੈ। ਸੋ ਆਓ ਅੱਜ ਸ਼ੁਰੂ ਕਰਦੇ ਹਾਂ ਆਪਾਂ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਭਗਤੀ ਮਾਰਗ ਏ, ਇਹਦੇ ਮੈਂ 4 ਪੁਆਇੰਟ ਲਏ ਨੇ। ਸਭ ਤੋਂ ਪਹਿਲਾ ਪੁਆਇੰਟ ਹੈ ਉਹਨਾਂ ਦਾ ਅੰਮ੍ਰਿਤ ਵੇਲਾ। ਭਗਤੀ ਮਾਰਗ ਦੀ ਆਪਾਂ ਅੱਜ ਗੱਲ ਕਰਨੀ ਹੈ। ਵੇਖੋ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਉਹਨਾਂ ਨੇ ਸਾਨੂੰ ਜੀਵਨ ਦੇ ਹਰ ਪਹਿਲੂ ਤੋਂ ਸੇਧ ਬਖਸ਼ੀ ਹੈ। ਸੋ ਇਹਦੇ ਵਿੱਚ ਅਸੀਂ ਹੁਣ ਰਲ ਗੱਡ ਨਹੀਂ ਕਰਨਾ ਕਿ ਗ੍ਰਸਤੀ ਇਹੋ ਜਿਹਾ ਹੋਵੇ, ਰਾਜਾ ਇਹੋ ਜਿਹਾ ਹੋਵੇ, ਪ੍ਰਜਾ ਇਸ ਤਰ੍ਹਾਂ ਦੀ ਹੋਵੇ, ਸਮਾਜ ਇਸ ਤਰ੍ਹਾਂ ਦਾ ਹੋਵੇ। ਇਹ ਗੁਰੂ ਨਾਨਕ ਸਾਹਿਬ ਨੇ ਆਖਿਆ ਹੈ, ਉਹ ਵੱਖਰੇ ਵਿਸ਼ੇ ਨੇ, ਵੱਖਰੇ ਟੌਪਿਕ ਨੇ। ਸੋ ਅੱਜ ਦਾ ਸਾਡਾ ਟੌਪਿਕ ਹੈ ਭਗਤੀ ਮਾਰਗ, ਗੁਰੂ ਨਾਨਕ ਸਾਹਿਬ ਨੇ ਜਿਹੜਾ ਸਾਨੂੰ ਵਿਖਾਇਆ ਹੈ। ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਭਗਤੀ ਮਾਰਗ ਏ, ਉਹ ਸ਼ੁਰੂ ਹੁੰਦਾ ਹੈ ਅੰਮ੍ਰਿਤ ਵੇਲੇ ਤੋਂ। ਅੰਮ੍ਰਿਤ ਵੇਲੇ ਤੋਂ ਸ਼ੁਰੂ ਕਰਕੇ ਸ਼ਾਮ ਤੱਕ ਅਸੀਂ ਭਗਤੀ ਕਿਵੇਂ ਕਰਨੀ ਹੈ, ਇਹਦੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਨੇ ਆਪਣੇ ਨਾਲ ਗੁਰਬਾਣੀ ਰਾਹੀਂ ਕੀਤੀ ਹੈ। ਤੇ ਉਹਨਾਂ ਦੇ ਇਤਿਹਾਸ ਵਿੱਚੋਂ ਬਹੁਤ ਸਾਰੀਆਂ ਸਾਨੂੰ ਉਦਾਹਰਨਾਂ ਮਿਲ ਜਾਂਦੀਆਂ ਨੇ। ਅਸੀਂ ਇੱਕ ਗੱਲ ਹੋਰ ਸਮਝ ਲੈਣੀ ਹੈ ਕਿ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਇਹ ਅੰਮ੍ਰਿਤ ਵੇਲਾ ਖੁੰਝਾ ਦਈਏ, ਇਹ ਪਹਿਲਾ ਪੁਆਇੰਟ ਹੈ। ਜੇ ਅਸੀਂ ਪਹਿਲੇ ਪੁਆਇੰਟ ਨੂੰ ਹੀ ਖੁੰਝਾ ਦਈਏ ਤੇ ਅਗਲੇ ਜਿਹੜੇ ਨੇ ਉਹ ਕਿਸੇ ਤਰ੍ਹਾਂ ਵੀ ਸਾਨੂੰ ਸਾਡੀ ਮੰਜ਼ਿਲ ਤੇ ਨਹੀਂ ਪਹੁੰਚਾ ਸਕਦੇ। ਜਿਵੇਂ ਅਸੀਂ ਮੰਨ ਲਓ ਪੂਰਬ ਨੂੰ ਜਾਣਾ ਹੋਵੇ ਤੇ ਆਪਣਾ ਅਸੀਂ ਪਹਿਲਾ ਕਦਮ ਹੀ ਪੱਛਮ ਵੱਲ ਨੂੰ ਪੁੱਟ ਲਈਏ ਤੇ ਜਿੰਨਾ ਮਰਜ਼ੀ ਤੇਜ਼ ਚੱਲਦੇ ਜਾਈਏ, ਜਿੰਨਾ ਮਰਜ਼ੀ ਯਤਨਸ਼ੀਲ ਰਹੀਏ, ਸਾਰੀ ਜ਼ਿੰਦਗੀ ਤੁਰੇ ਜਾਈਏ, ਪੂਰਬ ਵੱਲ ਅਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਾਂਗੇ, ਸਗੋਂ ਸਾਡੀ ਦੂਰੀ ਵੱਧਦੀ ਜਾਏਗੀ। ਸੋ ਬਿਲਕੁਲ ਇਸ ਤਰ੍ਹਾਂ ਹੀ ਆਪਾਂ ਸਮਝਣਾ ਹੈ ਕਿ ਅੰਮ੍ਰਿਤ ਵੇਲਾ ਗੁਰੂ ਨਾਨਕ ਸਾਹਿਬ ਜੀ ਦੇ ਭਗਤੀ ਮਾਰਗ ਦਾ ਇਹ ਪਹਿਲਾ ਪੁਆਇੰਟ ਆਖ ਲਈਏ, ਮੀਲ ਪੱਥਰ ਆਖ ਲਈਏ। ਇੱਥੋਂ ਭਗਤੀ ਮਾਰਗ ਦੀ ਜਿਹੜੀ ਯਾਤਰਾ ਏ ਉਹ ਸ਼ੁਰੂ ਹੁੰਦੀ ਏ। ਦੂਸਰਾ ਪੁਆਇੰਟ ਹੈ ਸਿਮਰਨ ਕਰਨਾ, ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ, ਕੀਰਤਨ ਕਰਨਾ ਜਾਂ ਸੁਣਨਾ। ਤੀਸਰਾ ਪੁਆਇੰਟ ਹੈ ਕਿ ਸਾਰਾ ਦਿਨ ਅਸੀਂ ਕਿਰਤ ਵਿਰਤ ਕਰਨੀ ਏ, ਲੇਕਿਨ ਆਪਣੇ ਚਿੱਤ ਨੂੰ ਵਾਹਿਗੁਰੂ ਜੀ ਦੇ ਨਾਲ ਕਿਵੇਂ ਜੋੜ ਕੇ ਰੱਖਣਾ ਹੈ। ਫਿਰ ਸਾਰਾ ਦਿਨ ਕਿਰਤ ਵਿਰਤ ਕਰਕੇ ਆਪਾਂ ਘਰ ਪਹੁੰਚਾਂਗੇ, ਸ਼ਾਮ ਦਾ ਵਕਤ ਹੋ ਜਾਏਗਾ, ਉਸਨੂੰ ਸੰਧਿਆ ਆਖਦੇ ਨੇ। ਸੰਧਿਆ ਵੇਲੇ ਅਸੀਂ ਕਿਵੇਂ ਪ੍ਰਭੂ ਦੀ ਭਗਤੀ ਵਿੱਚ ਜੁੜ ਕੇ ਤੇ ਰਾਤ ਸੁੱਖ ਦੀ ਵਾਹਿਗੁਰੂ ਜੀ ਦੀ ਯਾਦ ਵਿੱਚ ਬਿਤਾਉਣੀ ਹੈ। ਸੋ ਆਓ ਅਸੀਂ ਇਹਨਾਂ 4 ਪੁਆਇੰਟਸ ਤੇ ਵੱਖਰੇ ਵੱਖਰੇ ਤੇ ਗੱਲ ਕਰਨ ਦਾ ਯਤਨ ਕਰਦੇ ਹਾਂ। ਸੋ ਪਹਿਲਾ ਪੁਆਇੰਟ ਹੈ ਮੇਰਾ ਅੰਮ੍ਰਿਤ ਵੇਲਾ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਇਤਿਹਾਸ ਵਿੱਚ ਇਹ ਬਚਨ ਲਿਖੇ ਹੋਏ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਛੋਟੀ ਉਮਰ ਤੋਂ, ਯਾਨੀ ਜਦੋਂ ਉਹ ਅਜੇ ਬੈਠਣਾ ਵੀ ਨਹੀਂ ਸੀ ਸਿੱਖੇ,
ਉਸ ਛੋਟੀ ਜਿਹੀ ਉਮਰ ਤੋਂ ਅੰਮ੍ਰਿਤ ਵੇਲੇ ਦੇ ਸਮੇਂ ਕਦੀ ਵੀ ਕਿਸੇ ਨੇ ਉਹਨਾਂ ਨੂੰ ਸੁੱਤਿਆਂ ਹੋਇਆਂ ਨੂੰ ਨਹੀਂ ਵੇਖਿਆ। ਉਹ ਅੰਮ੍ਰਿਤ ਵੇਲਾ ਕਦੀ ਵੀ ਨਹੀਂ ਉਹਨਾਂ ਖੁੰਝਾਇਆ। ਜਿਹੋ ਜਿਹੇ ਮਰਜ਼ੀ ਹਾਲਾਤ ਹੋਣ, ਜੋ ਮਰਜ਼ੀ ਵਾਪਰਦਾ ਰਵੇ ਬਾਹਰ, ਪਰ ਅੰਮ੍ਰਿਤ ਵੇਲੇ ਉਹ ਉੱਠ ਕੇ ਜ਼ਰੂਰ ਬੈਠ ਜਾਇਆ ਕਰਦੇ ਸਨ, ਪ੍ਰਭੂ ਦੀ ਯਾਦ ਵਿੱਚ ਜੁੜਿਆ ਕਰਦੇ ਸਨ। ਸੋ ਛੋਟਾ ਜਿਹਾ ਨੁਕਤਾ ਇਹ ਵੀ ਸਮਝਣ ਵਾਲਾ ਹੈ ਕਿ ਅਸੀਂ ਅੰਮ੍ਰਿਤ ਵੇਲਾ ਕਿਹਨੂੰ ਕਹਿ ਰਹੇ ਹਾਂ। ਅੰਮ੍ਰਿਤ ਵੇਲੇ ਦਾ ਮਤਲਬ ਹੈ ਸੂਰਜ ਨਿਕਲਣ ਤੋਂ 3 ਘੰਟੇ ਪਹਿਲਾਂ ਦਾ ਸਮਾਂ। ਗੁਰੂ ਸਾਹਿਬ ਨੇ ਗੁਰਬਾਣੀ ਅੰਦਰ ਪੰਨਾ ਨੰਬਰ 146 ਤੇ ਵਰਣਨ ਕੀਤਾ ਹੈ, ਚੌਥਾ ਪਹਿਰ ਸੁਬਾਹਕ ਹੈ, ਸੁਰਤਿਆਂ ਉਪਜੈ ਚਾਉ। ਜਿਹੜਾ ਰਾਤ ਦਾ ਚੌਥਾ ਪਹਿਰ ਹੈ, ਉਸ ਨੂੰ ਅਸੀਂ ਅੰਮ੍ਰਿਤ ਵੇਲਾ ਆਖਦੇ ਹਾਂ, ਤੇ ਇੱਕ ਪਹਿਰ ਦੇ ਵਿਦਵਾਨਾਂ ਦੀ ਮੱਤ ਮੁਤਾਬਕ 3 ਘੰਟੇ ਮੰਨੇ ਜਾਂਦੇ ਨੇ। ਸੋ ਇਹ ਜਿਹੜੇ 3 ਘੰਟੇ ਨੇ ਇਹ ਅੰਮ੍ਰਿਤ ਵੇਲਾ ਅਖਵਾਉਂਦਾ ਹੈ। ਸੋ ਆਪਾਂ ਅੰਮ੍ਰਿਤ ਵੇਲਾ ਸੰਭਾਲਣ ਦੀ ਕੋਸ਼ਿਸ਼ ਕਰਿਆ ਕਰੀਏ। ਮੈਂ ਇਹ ਤੇ ਨਹੀਂ ਕਹਿ ਪਾਵਾਂਗਾ ਕਿ ਮੈਂ ਸੰਭਾਲ ਰਿਹਾ ਤੇ ਤੁਸੀਂ ਵੀ ਸੰਭਾਲੋ। ਮੈਂ ਵਿੱਚੇ ਹੀ ਆਪਣੇ ਆਪ ਨੂੰ ਵੀ ਕਹਿਣਾ ਚਾਹੁੰਦਾ ਕਿ ਸਾਨੂੰ ਚਾਹੀਦਾ ਅਸੀਂ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਿਆ ਕਰੀਏ। ਗੁਰੂ ਨਾਨਕ ਸਾਹਿਬ ਜੀ ਜਦੋਂ ਉਹਨਾਂ ਨੇ ਉਦਾਸੀਆਂ ਸ਼ੁਰੂ ਕਰਨੀਆਂ ਸੀ, ਯਾਨੀ ਆਪਣੇ ਧਰਮ ਪ੍ਰਚਾਰਕ ਜਿਹੜੇ ਫੇਰੇ ਨੇ ਉਹਨਾਂ ਦੇ, ਉਹ ਸ਼ੁਰੂ ਕਰਨੇ ਸਨ, ਭਾਈ ਮਰਦਾਨਾ ਜੀ ਨੂੰ ਉਹਨਾਂ ਨੇ ਨਾਲ ਲਿਆ ਸੀ, ਤੇ ਤੁਰਨ ਤੋਂ ਪਹਿਲਾਂ ਭਾਈ ਮਰਦਾਨਾ ਜੀ ਦੇ ਨਾਲ ਉਹਨਾਂ ਨੇ 3 ਬਚਨ ਕੀਤੇ ਸਨ। ਉਹਨਾਂ 3 ਬਚਨਾਂ ਵਿੱਚੋਂ ਇੱਕ ਬਚਨ ਸੀ ਕਿ ਭਾਈ ਮਰਦਾਨਾ ਜੀ, ਜੇ ਮੇਰੇ ਨਾਲ ਚੱਲਣਾ ਹੈ ਤੇ ਅੰਮ੍ਰਿਤ ਵੇਲਾ ਨਹੀਂ ਖੰਝਾਉਣਾ। ਅੰਮ੍ਰਿਤ ਵੇਲਾ ਨਹੀਂ ਖੰਝਾਉਣ ਤੋਂ ਮਤਲਬ ਹੈ ਕਿ ਅੰਮ੍ਰਿਤ ਵੇਲੇ ਸੁੱਤੇ ਨਹੀਂ ਰਹਿਣਾ। ਅੰਮ੍ਰਿਤ ਵੇਲੇ ਉੱਠ ਕੇ ਜਾਗ ਕੇ ਪ੍ਰਭੂ ਦੀ ਭਗਤੀ ਵਿੱਚ ਜੁੜ ਜਾਣਾ। ਗੁਰੂ ਨਾਨਕ ਸਾਹਿਬ ਨੇ ਇਹ ਭਾਈ ਮਰਦਾਨਾ ਜੀ ਨੂੰ ਬਚਨ ਕਹਿ ਕੇ ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝਾਈ ਸੀ। ਔਰ ਆਪਾਂ ਪਿੱਛੇ ਜਿਹੇ ਜਦੋਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹ ਰਹੇ ਸਾਂ, ਉਦੋਂ ਜਦੋਂ ਬੋਧ ਗਇਆ ਤੋਂ ਅੱਗੇ ਗਏ ਨੇ ਤੇ ਰਸਤੇ ਵਿੱਚ ਇੱਕ ਰਾਤ ਉਹਨਾਂ ਨੂੰ ਇਹੋ ਜਿਹੀ ਥਾਂ ਤੇ ਕੱਟਣੀ ਪਈ ਜਿੱਥੇ ਜੰਗਲ ਬੀਆਬਾਨ ਸੀ, ਕੁਛ ਨਹੀਂ ਸੀ, ਨਾ ਪਿੰਡ ਨਾ ਪੀੜ, ਕੁਝ ਨਹੀਂ ਸੀ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਛੋਟੇ-ਛੋਟੇ ਸਵਾਲ ਪੁੱਛਿਆ ਕਰਦੇ ਸਨ, ਕਿਉਂਕਿ ਭਾਈ ਮਰਦਾਨਾ ਤੇ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਨਾਲ ਤੁਰਿਆ ਹੈ। ਉਹਦਾ ਕੋਈ ਅਧਿਆਤਮਿਕ ਜੀਵਨ ਜਾਂ ਉਹਦੀ ਕੋਈ ਪਰਮਾਰਥਿਕ ਤੌਰ ਤੇ ਇੰਨੀ ਸੁਰਤ ਉੱਚੀ ਨਹੀਂ ਸੀ। ਉਹ ਛੋਟੇ-ਛੋਟੇ ਸਵਾਲ ਗੁਰੂ ਸਾਹਿਬ ਨੂੰ ਕਰਦਾ ਤੇ ਗੁਰੂ ਜੀ ਉਹਦੇ ਉੱਤਰ ਦਿਆ ਕਰਦੇ ਸਨ, ਬੜੇ ਪਿਆਰ ਨਾਲ ਉਹਨੂੰ ਸਮਝਾਇਆ ਕਰਦੇ ਸਨ। ਉਹਨੇ ਛੋਟੇ-ਛੋਟੇ ਸਵਾਲ ਕੀਤੇ ਤੇ ਗੁਰੂ ਸਾਹਿਬ ਉਹਦਾ ਉੱਤਰ ਦੇ ਰਹੇ ਸਨ, ਜੰਗਲ ਵਿੱਚ ਬੈਠੇ ਹੋਏ ਸਨ, ਤੇ ਗੱਲਬਾਤ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਜਿਹੜਾ ਬਚਨ ਆਖਿਆ ਭਾਈ ਜੀ ਨੂੰ, ਉਹ ਇਹ ਸੀ ਕਿ ਭਾਈ ਮਰਦਾਨਾ ਜੀ, ਹੁਣ ਰਾਤ ਬੜੀ ਡੂੰਘੀ ਹੋ ਗਈ ਏ, ਹੁਣ ਤੁਸੀਂ ਆਰਾਮ ਕਰੋ, ਹੁਣ ਸੌਂ ਜਾਓ। ਜੇ ਤੁਸੀਂ ਹੁਣ ਟਾਈਮ ਨਾਲ, ਵਕਤ ਨਾਲ ਸੌਂ ਜਾਓਗੇ ਤੇ ਸਵੇਰੇ ਵਕਤ ਨਾਲ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੀ ਭਗਤੀ ਵਿੱਚ ਜੁੜ ਪਾਓਗੇ। ਇਹ ਵੀ ਗੁਰੂ ਨਾਨਕ ਸਾਹਿਬ ਦੇ ਬਚਨ ਜਿਹੜੇ ਨੇ ਸਾਨੂੰ ਧਿਆਨ 'ਚ ਰੱਖਣੇ ਚਾਹੀਦੇ ਨੇ ਕਿ ਜੇ ਅਸੀਂ ਸੌਣ ਦਾ ਵੇਲਾ ਖੁੰਝਾ ਲਿਆ ਤੇ ਫਿਰ ਸਾਡਾ ਜਾਗਣ ਦਾ ਵੇਲਾ ਯਾਨੀ ਅੰਮ੍ਰਿਤ ਵੇਲਾ ਵੀ ਖੁੰਝ ਜਾਏਗਾ, ਸਾਡੇ ਹੱਥੋਂ ਨਿਕਲ ਜਾਏਗਾ। ਜੇ ਅਸੀਂ ਸੌਣ ਦਾ ਵੇਲਾ ਸੰਭਾਲ ਲਿਆ ਤੇ ਫਿਰ ਅਸੀਂ ਅੰਮ੍ਰਿਤ ਵੇਲਾ ਯਾਨੀ ਜਾਗਣ ਦਾ ਵੇਲਾ ਵੀ ਸੰਭਾਲ ਪਾਵਾਂਗੇ। ਸੋ ਇਹ ਭਾਈ ਮਰਦਾਨਾ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹੋਏ ਸਨ। ਅਸੀਂ ਇੱਕ ਕਿਤਾਬ ਪੜ੍ਹੀ ਹੈ ਸਾਰਿਆਂ ਨੇ, ਜਿਹੜੇ ਸਾਡੇ ਐਤਵਾਰ ਦੀ ਕਲਾਸ ਵਾਲੇ ਵਿਦਿਆਰਥੀ ਨੇ, ਉਹਨਾਂ ਨਾਲ ਮਿਲ ਕੇ ਬੰਦਗੀਨਾਮਾ। ਭਾਈ ਰਘੁਬੀਰ ਸਿੰਘ ਬੀਰ ਉਹਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਕਿਉਂਕਿ ਉਹ ਬੜੇ ਭਗਤੀ ਭਾਵ ਵਾਲੇ ਸਨ, ਉਹ ਬਹੁਤ ਸਿਮਰਨ ਭਜਨ ਵਾਲੇ ਸਨ। ਉਹ ਕਹਿੰਦੇ ਨੇ, ਮੈਂ ਇੱਕ ਸਾਧੂ ਮਹਾਂਪੁਰਸ਼ ਨੂੰ ਮਿਲਿਆ ਤੇ ਉਸ ਨੂੰ ਮੈਂ ਭਗਤੀ ਦਾ ਸਹੀ ਤਰੀਕਾ ਕੀ ਏ ਇਹ ਗੱਲ ਪੁੱਛੀ ਸੀ, ਕਿਸ ਵੇਲੇ ਰੱਬ ਦੀ ਭਗਤੀ ਕਰਨੀ ਚਾਹੀਦੀ ਇਹ ਪੁੱਛਿਆ ਸੀ, ਕਿੰਨੇ ਕੁ ਵਜੇ ਮੈਨੂੰ ਉੱਠਣਾ ਚਾਹੀਦਾ ਸਵੇਰੇ ਇਹ ਗੱਲ ਪੁੱਛੀ ਸੀ। ਉਹਨਾਂ ਮਹਾਂਪੁਰਸ਼ਾਂ ਨੇ ਮੈਨੂੰ ਆਖੀ ਸੀ ਇਹ ਗੱਲ ਕਿ ਭਾਈ ਗਰਮੀਆਂ ਦੇ ਵਿੱਚ ਸਵੇਰੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਇਸ ਵਕਤ ਨੂੰ ਸੰਭਾਲਿਆ ਕਰ,
ਤੇ ਸਰਦੀਆਂ ਵਿੱਚ ਸਵੇਰੇ 4 ਵਜੇ ਤੋਂ ਲੈ ਕੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਇਸ ਵਕਤ ਨੂੰ ਸੰਭਾਲਿਆ ਕਰ। ਇਸ ਨੂੰ ਅੰਮ੍ਰਿਤ ਵੇਲਾ ਆਖਦੇ ਨੇ। ਤੇ ਭਾਈ ਰਘੁਬੀਰ ਸਿੰਘ ਦੱਸਦੇ ਨੇ ਕਿ ਮੈਂ ਫਿਰ ਬਾਕੀ ਦੀ ਸਾਰੀ ਜ਼ਿੰਦਗੀ ਯਾਨੀ 20-25 ਸਾਲਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਉੱਥੇ ਕਿ ਇਸ ਅੰਮ੍ਰਿਤ ਵੇਲੇ ਨੂੰ ਸੰਭਾਲਦਾ ਰਿਹਾ। ਜਿਹੜੇ 3 ਘੰਟੇ ਨੇ ਸਵੇਰ ਦੇ, ਇਹ ਫਿਰ ਮੈਂ ਉਸ ਤੋਂ ਬਾਅਦ ਕਦੀ ਨਹੀਂ ਖੁੰਝਾਏ। ਸੋ ਆਪਾਂ ਸਾਰਿਆਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਯਤਨ ਕਰੀਏ। ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਵੇਲਾ, ਸੱਚ ਨਾਉ, ਵਡਿਆਈ ਵਿਚਾਰ ਦੀ ਗੱਲ ਬੜੀ ਸੁੰਦਰ ਕੀਤੀ ਹੋਈ ਹੈ। ਸੋ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਉੱਠ ਕੇ ਕਰਨਾ ਕੀ ਹੈ, ਆਓ ਹੁਣ ਅਸੀਂ ਇਸ ਗੱਲ ਨੂੰ ਸਮਝਦੇ ਹਾਂ। ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 255 ਤੇ ਲਿਖਿਆ ਹੋਇਆ ਹੈ, ਚਾਲਾਂਗੇ ਉੱਠ, ਜਿਹਦਾ ਮਤਲਬ ਹੈ ਸਵੇਰੇ ਸਾਜਰੇ ਅੰਮ੍ਰਿਤ ਵੇਲੇ ਉੱਠਿਆ ਕਰ। ਉੱਠ ਕੇ ਕੀ ਕਰ? ਨਾਮ ਜਪ, ਪਰਮਾਤਮਾ ਦੇ ਨਾਮ ਦਾ ਜਪ ਕਰਿਆ ਕਰ, ਸਿਮਰਨ ਕਰਿਆ ਕਰ, ਧਿਆਨ ਕਰਿਆ ਕਰ। ਸੋ ਇਹ 3 ਅਵਸਥਾਵਾਂ ਹੁੰਦੀਆਂ ਨੇ। ਭਗਤੀ ਮਾਰਗ ਦੀ ਜਿਹੜੀ ਆਖਰੀ ਮੰਜ਼ਿਲ ਹੈ ਉਹ ਤੇ ਉਹਦੇ ਵਿੱਚ ਸਮਾ ਜਾਣਾ ਹੈ, ਲੀਨ ਹੋ ਜਾਣਾ ਹੈ, ਨਿਰਵਿਚਾਰ ਹੋਣਾ ਹੈ। ਉੱਥੇ ਕੁਝ ਕਰਨਾ ਨਹੀਂ ਹੁੰਦਾ, ਉੱਥੇ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਬੰਦੇ ਦਾ ਮਨ। ਲੇਕਿਨ ਉਸ ਤੋਂ ਪਹਿਲਾਂ ਇਹ 3 ਅਵਸਥਾਵਾਂ ਹੁੰਦੀਆਂ ਨੇ। ਭਾਈ ਜਿਨ੍ਹਾਂ ਨੇ ਸ਼ੁਰੂ ਕਰਨਾ ਉਹ ਤੁਸੀਂ ਜਪ ਤੋਂ ਸ਼ੁਰੂ ਕਰੋ, ਬੋਲ ਬੋਲ ਕੇ ਵਾਹਿਗੁਰੂ ਮੂਲ ਮੰਤਰ ਜੋ ਵੀ ਤੁਸੀਂ ਅਭਿਆਸ ਕਰਨਾ ਹੈ ਉਹਦਾ ਬੋਲ ਕੇ ਹਲਕਾ ਜਿਹਾ, ਜਿਹੜਾ ਤੁਹਾਡੇ ਤੱਕ ਹੀ ਆਵਾਜ਼ ਸੀਮਤ ਰਵੇ, ਲੋਕਾਂ ਨੂੰ ਡਿਸਟਰਬ ਨਾ ਕਰੇ। ਸੋ ਨਾਮ ਜਪਣਾ, ਫਿਰ ਜਪਦਿਆਂ ਜਪਦਿਆਂ ਉਹ ਸਿਮਰਨ ਵਿੱਚ ਆਪਣੇ ਆਪ ਤਬਦੀਲ ਹੋਏਗਾ, ਉਹਦੀ ਯਾਦ ਬਣਨੀ ਸ਼ੁਰੂ ਹੋ ਜਾਏਗੀ ਜੋ ਤੁਸੀਂ ਜਪ ਰਹੇ ਸੀ। ਫਿਰ ਜਿਸ ਨੂੰ ਤੁਸੀਂ ਜਪ ਰਹੇ ਸੀ, ਤੀਜੀ ਅਵਸਥਾ ਉਹਦੇ ਧਿਆਨ ਦੀ ਬਣ ਜਾਏਗੀ, ਤੁਹਾਡੇ ਧਿਆਨ 'ਚੋਂ ਹਰ ਵਕਤ ਗੱਲ ਬਣੀ ਰਹੇਗੀ। ਸੋ ਇਹ ਗੁਰੂ ਜੀ ਨੇ ਆਖਿਆ ਚਾਲਾਂਗੇ ਉੱਠ, ਯਾਨੀ ਸਵੇਰੇ ਸਾਜਰੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ, ਵਾਹਿਗੁਰੂ ਜੀ ਦੇ ਨਾਮ ਦਾ ਜਪ ਕਰਿਆ ਕਰ। ਨਿਸ ਬਾਸੁਰ ਆਰਾਧ, ਉਹਨੂੰ ਰਾਤ ਦਿਨੇ ਆਰਾਧਿਆ ਕਰ। ਸੋ ਇਹ ਗੱਲ ਹੋ ਗਈ ਪਹਿਲੇ ਨੰਬਰ ਤੇ ਸਿਮਰਨ ਦੀ। ਦੂਸਰੀ ਗੱਲ ਅਸੀਂ ਕਰਨੀ ਹੈ ਪਾਠ ਦੀ। ਪਾਠ ਦਾ ਮਤਲਬ ਹੈ ਗੁਰਬਾਣੀ ਨੂੰ ਪੜ੍ਹਨਾ। ਜਿਵੇਂ ਅਸੀਂ ਅਖੰਡ ਪਾਠ ਵੀ ਅਸੀਂ ਆਖਦੇ ਹਾਂ, ਉਹ ਵੀ ਇੱਕ ਤਰੀਕਾ ਹੈ ਸਾਡਾ ਭਗਤੀ ਮਾਰਗ ਦਾ, ਪਰ ਉਹ ਮੇਰੇ ਵੇਖਣ ਵਿੱਚ ਆਇਆ ਹੈ ਕਿ ਉਹ ਬਹੁਤ ਕਾਰਗਰ ਸਿੱਧ ਨਹੀਂ ਹੋ ਪਾਇਆ। ਨਾ ਤੇ ਇੰਨਾ ਲੰਮਾ ਸਮਾਂ ਕਿਸੇ ਕੋਲ ਵਕਤ ਹੈ ਕਿ ਉਹ ਬਹਿ ਸਕੇ, ਨਾ ਹੀ ਬੈਠਾ ਜਾਂਦਾ ਹੈ, ਨਾ ਹੀ ਪੜ੍ਹਨ ਵਾਲਿਆਂ ਤੋਂ ਪੜ੍ਹਿਆ ਜਾਂਦਾ ਹੈ। ਉਹਨਾਂ ਨੇ ਵੀ 48 ਘੰਟਿਆਂ 'ਚ ਸਾਰਾ ਕਾਰਜ ਪੂਰਾ ਕਰਨਾ ਹੁੰਦਾ ਹੈ, ਉਹਨਾਂ ਨੂੰ ਵੀ ਛੇਤੀ ਹੁੰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਹਾਂ, ਇਹ ਜਿਹੜਾ ਤਰੀਕਾ ਹੈ ਕੋਈ ਬਹੁਤ ਚੰਗਾ ਤਰੀਕਾ ਸਿੱਧ ਨਹੀਂ ਹੋ ਪਾਇਆ। ਹੋ ਸਕਦਾ ਕਿਸੇ ਵਕਤ ਇਹ ਠੀਕ ਹੋਵੇ, ਇਹਦੀ ਜ਼ਰੂਰਤ ਵੀ ਹੋਵੇ, ਪਰ ਅੱਜ ਦੇ ਸਮੇਂ 'ਚ ਐਸਾ ਨਹੀਂ। ਅੱਜ ਦੇ ਸਮੇਂ ਸਾਨੂੰ ਗੁਰਬਾਣੀ ਦਾ ਪਾਠ ਇੱਕ ਤੇ ਨਿਤਨੇਮ ਦਾ ਪਾਠ ਕਰਨਾ ਚਾਹੀਦਾ ਹੈ। ਮੈਂ ਅਗਲੇ ਕਿਸੇ ਵੀਡੀਓ ਵਿੱਚ ਨਾ ਗੱਲ ਕਰਨੀ ਚਾਹਾਂਗਾ ਕਿ ਨਿਤਨੇਮ ਕੀ ਹੈ। ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ। ਗੁਰੂ ਨਾਨਕ ਸਾਹਿਬ ਨੇ ਸਾਨੂੰ ਸ਼ਬਦ ਨਾਲ ਜੋੜਿਆ ਹੈ। 5ਵੇਂ ਪਾਤਸ਼ਾਹ ਨੇ ਉਹ ਸਾਰੇ ਸ਼ਬਦ ਨੂੰ ਇਕੱਠਾ ਕਰਕੇ ਆਦਿ ਬੀੜ ਦਾ ਨਾਂ ਦਿੱਤਾ ਸੀ ਤੇ 10ਵੇਂ ਪਾਤਸ਼ਾਹ ਨੇ ਉਸ ਆਦਿ ਬੀੜ ਨੂੰ ਗੁਰੂ ਹੋਣ ਦਾ ਮਾਣ ਬਖਸ਼ਿਆ ਤੇ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਬਣ ਗਏ। ਅੱਜ ਅਸੀਂ ਵੇਖਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਨੂੰ ਕਿਹੜਾ ਨਿਤਨੇਮ ਕਰਨ ਲਈ ਕਹਿੰਦੇ ਨੇ। ਮੈਂ ਉਹਦੇ ਤੇ ਫਿਰ ਕਦੀ ਗੱਲ ਕਰਾਂਗਾ। ਦੂਸਰੇ ਨੰਬਰ ਤੇ ਅਸੀਂ ਨਿਤਨੇਮ ਕਰਨਾ ਹੈ, ਜਿਸ ਨੂੰ ਮੈਂ ਪਾਠ ਕਰਨਾ ਆਖਿਆ ਹੈ। ਗੁਰੂ ਸਾਹਿਬ ਨੇ ਲਿਖਿਆ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਨਿਤਾ ਪ੍ਰਤੀ ਉੱਠੋ, ਪਹਿਲਾਂ ਇਸ਼ਨਾਨ ਪਾਣੀ ਕਰੋ, ਸੁਚੇਤ ਹੋਵੋ, ਫਿਰ ਵਾਹਿਗੁਰੂ ਜੀ ਦੇ ਨਾਮ ਦਾ ਜਪ ਕਰੋ ਤੇ ਫਿਰ ਬਾਣੀ ਦਾ ਪਾਠ ਸ਼ੁਰੂ ਕਰੋ। ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਗਾਉਣ ਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਇਹਨੂੰ ਰਾਗਾਂ ਵਿੱਚ ਗਾਉਣਾ ਹੈ। ਪਾਠ ਕਰਨ ਦਾ ਮਤਲਬ ਹੁੰਦਾ ਹੈ ਪੜ੍ਹਨਾ। ਜਿਵੇਂ ਵੀ ਤੁਸੀਂ ਪੜ੍ਹ ਸਕੋ, ਬੋਲ ਕੇ ਪੜ੍ਹ ਸਕੋ, ਚੁੱਪ ਕਰਕੇ ਪੜ੍ਹ ਸਕੋ, ਮਨ ਹੀ ਮਨ ਪੜ੍ਹ ਸਕੋ, ਉਸੇ ਤਰ੍ਹਾਂ ਹੀ ਇਸ ਬਾਣੀ ਨੂੰ ਪੜ੍ਹੋ। ਨਿਤਨੇਮ ਦਾ ਪਾਠ ਕਰ ਲਵੋ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਸਹਿਜ ਪਾਠ ਜਾਰੀ ਰੱਖੋ। ਜਿੰਨਾ ਵੀ ਤੁਹਾਡੇ ਕੋਲ ਸਮਾਂ ਹੈ ਓਨਾ ਹੀ ਕਰੋ। ਜ਼ਰੂਰੀ ਨਹੀਂ ਕਿ ਇਹਦੇ ਕਿੰਨੇ ਪੇਜ ਜਾਂ ਕਿੰਨੇ ਅੰਕ ਪੜ੍ਹਨੇ ਨੇ, ਉਹ ਜ਼ਰੂਰੀ ਨਹੀਂ। ਜ਼ਰੂਰੀ ਹੈ ਕਿ ਰੋਜ਼ਾਨਾ ਪੜ੍ਹੋ, ਧਿਆਨ ਨਾਲ ਪੜ੍ਹੋ,
ਇਕਾਗਰ ਚਿੱਤ ਹੋ ਕੇ ਪੜੋ। ਦੂਜੇ ਨੰਬਰ ਤੇ ਪਾਠ ਕਰਨਾ। ਤੀਜੇ ਨੰਬਰ ਤੇ ਹੈ ਕੀਰਤਨ। ਹੁਣ ਕੀਰਤਨ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਸਾਡੇ ਧਿਆਨ ਵਿੱਚ ਨਾ ਕੀਰਤਨ ਉਹੋ ਹੀ ਆਉਂਦਾ ਹੈ ਜਿਹੜਾ ਗੁਰਦੁਆਰਿਆਂ ਜਾਂ ਅਸੀਂ ਘਰਾਂ ਵਿੱਚ ਰਾਗੀ ਸਿੰਘਾਂ ਨੂੰ ਬੁਲਾ ਕੇ ਕਰਦੇ ਤੇ ਕਰਾਉਂਦੇ ਹਾਂ। ਅਸਲ ਵਿੱਚ ਕੀਰਤਨ ਸ਼ਬਦ ਜਿਹੜਾ ਹੈ ਉਸ ਕਿਰਿਆ ਲਈ ਵੀ ਵਰਤਿਆ ਜਾਂਦਾ ਹੈ, ਲੇਕਿਨ ਜਿਹੜਾ ਕੀਰਤਨ ਦਾ ਮੂਲ ਹੈ ਨਾ ਉਹ ਹੈ ਕੀਰਤ। ਕੀਰਤ ਦਾ ਮਤਲਬ ਹੁੰਦਾ ਹੈ ਕਿਸੇ ਦੀ ਸਿਫਤ ਸਲਾਹ ਕਰਨਾ, ਕਿਸੇ ਦੀ ਵਡਿਆਈ ਕਰਨਾ। ਸੋ ਵਡਿਆਈ ਅਸੀਂ ਗੱਲਾਂ ਬਾਤਾਂ ਨਾਲ ਵੀ ਕਰ ਸਕਦੇ ਹਾਂ, ਵਡਿਆਈ ਅਸੀਂ ਗੁਰਬਾਣੀ ਦੇ ਪਾਠ ਪੜ੍ਹਨ ਨਾਲ ਵੀ ਕਰ ਸਕਦੇ ਹਾਂ। ਕੀਰਤਨ ਤੁਹਾਨੂੰ ਕਰਨਾ ਆਉਂਦਾ ਹੋਵੇ ਤੇ ਜ਼ਰੂਰ ਕਰੋ, ਨਾ ਕਰਨਾ ਆਉਂਦਾ ਹੋਵੇ ਤੇ ਬਾਣੀ ਦਾ ਪਾਠ ਕਰੋ। ਆਪਸ ਵਿੱਚ ਜਦੋਂ ਵੀ ਸਮਾਂ ਮਿਲੇ ਬਹਿ ਕੇ ਰੱਬ ਜੀ ਦੀਆਂ ਗੱਲਾਂ ਬਾਤਾਂ ਕਰੋ, ਇਹੋ ਹੀ ਕੀਰਤਨ ਹੁੰਦਾ। ਵਾਹਿਗੁਰੂ ਜੀ ਦੀਆਂ ਗੱਲਾਂ ਬਾਤਾਂ ਕਰਨਾ ਕੀਰਤਨ ਹੁੰਦਾ। ਸੋ ਇਹ ਤਿੰਨ ਕੰਮ ਅਸੀਂ ਉੱਠਣ ਤੋਂ ਬਾਅਦ ਵਿੱਚ ਅੰਮ੍ਰਿਤ ਵੇਲੇ ਕਰਨੇ ਨੇ। ਪਹਿਲਾ ਕੰਮ ਨਾਮ ਜਪਣਾ, ਦੂਜਾ ਕੰਮ ਗੁਰਬਾਣੀ ਦਾ ਪਾਠ ਕਰਨਾ ਜਿੰਨਾ ਵੀ ਕਰ ਸਕੀਏ, ਤੀਜਾ ਕੰਮ ਹੈ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨਾ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨਾ, ਵਡਿਆਈਆਂ ਦੀ ਵਿਚਾਰ ਕਰਨਾ। ਤੋ ਇੱਥੇ ਅਸੀਂ ਨਾ ਇੱਕ ਗੱਲ ਸਮਝਣੀ ਹੈ ਕਿ ਜਿਹੜੇ ਇਹ ਤਿੰਨ ਚੀਜ਼ਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਰਨ ਲਈ ਆਖੀਆਂ ਨੇ, ਇਹਨਾਂ ਨੂੰ ਕਰਦਿਆਂ ਆਪਣੇ ਮਨ ਨੂੰ ਇਕਾਗਰ ਕਰਕੇ ਰੱਖਣਾ ਹੈ। ਇਹ ਨਾ ਹੋਵੇ ਕਿ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਕੋਈ ਕੰਮ ਕਰ ਰਹੇ ਹੋਈਏ, ਕੋਈ ਬਚਨ ਬਾਣੀ ਦਾ ਪੜ੍ਹ ਰਹੇ ਹੋਈਏ, ਵਡਿਆਈ ਕਰ ਰਹੇ ਹੋਈਏ, ਸਿਮਰਨ ਕਰ ਰਹੇ ਹੋਈਏ ਤੇ ਸਾਡਾ ਮਨ ਕਿਤੇ ਹੋਰ ਹੋਵੇ। ਇਹ ਗੱਲ ਵੀ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਸੁਲਤਾਨਪੁਰ ਵਿੱਚ ਸਮਝਾਈ ਸੀ, ਜਦੋਂ ਕਿਸੇ ਮਸੀਤ ਦੇ ਅੰਦਰ, ਮਸਜਿਦ ਦੇ ਅੰਦਰ ਮੁਸਲਮਾਨ ਭਰਾਵਾਂ ਦੇ ਨਾਲ ਨਮਾਜ਼ ਪੜ੍ਹਨ ਲਈ ਗਏ ਸਨ। ਉੱਥੇ ਕਾਜ਼ੀ ਨੂੰ ਤੇ ਉਸ ਵਕਤ ਦੇ ਉੱਥੋਂ ਦੇ ਅਹਿਲਕਾਰਾਂ ਨੂੰ, ਉੱਥੋਂ ਦੇ ਚੌਧਰੀ ਨੂੰ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਸਮਝਾਈ ਸੀ ਕਿ ਜਿਹੜੀ ਤੁਸੀਂ ਨਮਾਜ਼ ਪੜ੍ਹ ਰਹੇ ਹੋ, ਇਹ ਤੁਹਾਡੀ ਨਮਾਜ਼ ਨਹੀਂ। ਉਹਨਾਂ ਨੇ ਆਖਿਆ ਕਿਉਂ ਨਹੀਂ? ਤੇ ਗੁਰੂ ਸਾਹਿਬ ਨੇ ਆਖਿਆ ਸੀ ਤੁਹਾਡਾ ਮਨ ਹਾਜ਼ਰ ਨਹੀਂ। ਕੋਈ ਘੋੜੇ ਖਰੀਦਦਾ ਫਿਰਦਾ ਹੈ, ਕੋਈ ਘਰ ਦੇ ਹੋਰ ਕੰਮ ਕਰਦਾ ਫਿਰਦਾ ਹੈ, ਕਿਸੇ ਦਾ ਧਿਆਨ ਕਾਬਲ ਗਿਆ ਹੋਇਆ ਹੈ, ਕਿਸੇ ਦਾ ਧਿਆਨ ਘਰ ਕਿ ਮੇਰੇ ਉਹ ਘੋੜੀ ਦਾ ਬੱਚਾ ਖੂਹੀ 'ਚ ਨਾ ਡਿੱਗ ਪਵੇ ਉੱਥੇ ਗਿਆ ਹੋਇਆ ਹੈ। ਇਸ ਤਰ੍ਹਾਂ ਦੀ ਬੰਦਗੀ ਨਹੀਂ। ਇਸ ਲਈ ਇਹੋ ਜਿਹੀ ਬੰਦਗੀ ਤੋਂ ਅਸੀਂ ਗੁਰੇਜ਼ ਕਰੀਏ। ਜਿੰਨਾ ਵੀ ਸਮਾਂ ਹੋ ਸਕੇ ਆਪਣੇ ਮਨ ਨੂੰ ਇਕਾਗਰ ਕਰਕੇ ਵਾਹਿਗੁਰੂ ਜੀ ਦੀ ਬਾਣੀ ਨਾਲ, ਵਾਹਿਗੁਰੂ ਜੀ ਦੇ ਸਿਮਰਨ ਨਾਲ ਜੋੜੀਏ। ਇਹ ਹੈ ਗੁਰੂ ਨਾਨਕ ਸਾਹਿਬ ਜੀ ਦਾ ਭਗਤੀ ਮਾਰਗ ਦਾ ਦੂਸਰਾ ਪੁਆਇੰਟ। ਪਹਿਲਾ ਪੁਆਇੰਟ ਹੈ ਅੰਮ੍ਰਿਤ ਵੇਲਾ, ਯਾਨੀ ਉੱਠਣਾ, ਜਾਗਣਾ, ਇਸ਼ਨਾਨ ਪਾਣੀ ਕਰਨਾ। ਦੂਸਰਾ ਪੁਆਇੰਟ ਹੈ ਨਾਮ ਜਪਣਾ, ਬਾਣੀ ਦਾ ਪਾਠ ਕਰਨਾ, ਤੇ ਤੀਸਰਾ ਹੈ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨਾ। ਤੇ ਇਹਦੇ ਨਾਲ ਇਹ ਗੱਲ ਚੇਤੇ ਰੱਖਣੀ ਹੈ, ਇਕਾਗਰ ਚਿੱਤ ਹੋ ਕੇ। ਇਹ ਨਾ ਹੋਵੇ ਮਨ ਭਟਕਦਾ ਫਿਰੇ ਤੇ ਅਸੀਂ ਇਹ ਕੰਮ ਕਰਦੇ ਰਹੀਏ। ਸੋ ਅਗਲਾ ਜਿਹੜਾ ਤੀਸਰਾ ਬਚਨ ਹੈ ਉਹ ਹੈ ਚੀਤ ਨਿਰੰਜਨ ਨਾਲ। ਅਸੀਂ ਗ੍ਰਸਤੀ ਲੋਕ ਹਾਂ, ਸਮਾਜਿਕ ਪ੍ਰਾਣੀ ਹਾਂ, ਆਪਣੀ ਉਪਜੀਵਕਾ ਵਾਸਤੇ ਅਸੀਂ ਸਾਰਾ ਦਿਨ ਕੰਮ ਧੰਦਾ ਕਰਨਾ। ਇਹਦੇ 'ਚ ਕੋਈ ਕਿਸੇ ਤਰ੍ਹਾਂ ਦਾ ਗੁਰੇਜ਼ ਕਰਨ ਦੀ ਲੋੜ ਨਹੀਂ ਕਿ ਮੈਂ ਇੱਕ ਧਾਰਮਿਕ ਆਦਮੀ ਹਾਂ, ਮੈਂ ਨਾਮ ਜਪਣ ਵਾਲਾ ਤੇ ਮੈਂ ਹੁਣ ਕੰਮ ਨਾ ਕਰਾਂ। ਐਸਾ ਨਹੀਂ, ਸਗੋਂ ਗੁਰੂ ਨਾਨਕ ਸਾਹਿਬ ਨੇ ਆਪ ਕੰਮ ਕੀਤਾ। ਉਹਨਾਂ ਨੇ ਜੌਬ ਕੀਤੀ, ਜਿਹਨੂੰ ਅਸੀਂ ਮੋਦੀਖਾਨਾ ਚਲਾਉਣਾ ਕਹਿ ਰਹੇ ਹਾਂ ਨਾ, ਉਹ ਕੋਈ ਗੁਰੂ ਨਾਨਕ ਸਾਹਿਬ ਉੱਥੇ ਸੇਵਾ ਨਹੀਂ ਸੀ ਕਰ ਰਹੇ। ਭਾਵੇਂ ਇੱਕ ਵੱਖਰੀ ਗੱਲ ਹੈ ਕਿ ਆਪਣੀ ਜੌਬ ਕਰਦੇ ਹੋਏ, ਆਪਣੀ ਨੌਕਰੀ ਕਰਦੇ ਹੋਏ ਉਹ ਸੇਵਾ ਕਰਦੇ ਸਨ, ਲੇਕਿਨ ਜਿਹੜਾ ਉਹ ਕਾਰਜ ਸੀ, ਜਿਹੜਾ ਉਹ ਕੰਮ ਸੀ, ਜਿਹੜਾ ਉਹ ਕਿੱਤਾ ਸੀ, ਉਹ ਉਹਨਾਂ ਦੀ ਇੱਕ ਜੌਬ ਸੀ, ਇੱਕ ਉਹਨਾਂ ਦੀ ਨੌਕਰੀ ਸੀ, ਉਹ ਉਹਨਾਂ ਨੇ ਬਾਖੂਬੀ ਨਿਭਾਇਆ। ਲੇਕਿਨ ਉਸ ਕੰਮ ਕਰਦਿਆਂ, ਆਪਣਾ ਕੰਮ ਕਰਦਿਆਂ ਉਹ ਸੇਵਾ ਕਰਦੇ ਸਨ। ਸੇਵਾ ਕਿਵੇਂ ਕਰਦੇ ਸਨ ਕਿ ਆਪਣੀ ਤਨਖਾਹ ਵਿੱਚੋਂ ਜੋ ਉਹਨਾਂ ਨੂੰ ਰਸਤ-ਬਸਤ ਉਹਦੇ ਰੂਪ ਵਿੱਚ ਮਿਲਦੀ ਸੀ, ਉਹ ਲੋੜਵੰਦਾਂ 'ਚ ਵੰਡ ਦਿਆ ਕਰਦੇ ਸਨ। ਇਹ ਉਹਨਾਂ ਦੀ ਸੇਵਾ ਸੀ। ਦੂਸਰੀ ਉਹਨਾਂ ਦੀ ਉੱਥੇ ਜੌਬ ਸੀ, ਉਹ ਕੰਮ ਕਰਦੇ ਸਨ। ਸੋ ਅਸੀਂ ਸਾਰਿਆਂ ਨੇ ਕੰਮ ਕਰਨਾ ਹੈ, ਕੰਮ ਦਾ ਤਿਆਗ ਕਦੇ ਵੀ ਨਹੀਂ ਕਰਨਾ। ਜਿੰਨਾ ਚਿਰ ਤੱਕ ਸਰੀਰ ਚੱਲਦਾ ਹੈ, ਉਹਨਾਂ ਚਿਰ ਤੱਕ ਅਸੀਂ ਕੰਮ ਕਰੀਏ। ਭਾਵੇਂ ਅਸੀਂ ਬੇਸ਼ੱਕ ਰਿਟਾਇਰਮੈਂਟ ਲੈ ਲਈਏ 65-66 ਸਾਲਾਂ ਤੇ, 70 ਸਾਲਾਂ ਤੇ, ਜਦੋਂ ਵੀ,
ਲੇਕਿਨ ਕੰਮ ਨਹੀਂ ਛੱਡਣਾ। ਕੰਮ, ਘਰ ਦਾ ਕੰਮ ਕਰੀਏ, ਕਿਸੇ ਭੈਣ ਭਰਾ ਦੀ ਹੈਲਪ ਕਰੀਏ। ਜੇ ਕੋਈ ਕਿਸੇ ਨੂੰ ਗੁਰਬਾਣੀ ਪੜ੍ਹਾ ਸਕਦਾ, ਉਹ ਕਿਸੇ ਗੁਰਦੁਆਰੇ ਜਾ ਕੇ ਬਾਣੀ ਪੜ੍ਹਾ ਦੇਵੇ। ਸਕੂਲਾਂ ਵਿੱਚ ਅਸੀਂ ਜਿਹੜੇ ਸੰਡੇ ਸਕੂਲ ਨੇ ਸਾਡੇ, ਉਹਨਾਂ ਵਿੱਚ ਜਾ ਕੇ ਸੇਵਾ ਕਰ ਸਕਦੇ ਹਾਂ, ਥੱਲੇ ਲੰਗਰ ਦੀ ਸੇਵਾ ਕਰ ਸਕਦੇ ਹਾਂ। ਯਾਨੀ ਇਸ ਨੂੰ ਬੰਦ ਨਹੀਂ ਕਰਨਾ, ਇਹ ਕਾਰਜ ਕਰਦੇ ਰਹਿਣਾ। ਸੋ ਗੁਰੂ ਨਾਨਕ ਸਾਹਿਬ ਜੀ ਦਾ ਬਾਣੀ ਵਿੱਚ ਜਿਹੜਾ ਬਚਨ ਹੈ, ਪੰਨਾ ਨੰਬਰ 386 ਤੇ, ਉਹਦੇ ਵਿੱਚ ਗੁਰੂ ਜੀ ਨੇ ਬੜਾ ਸੋਹਣਾ ਸਾਨੂੰ ਸਮਝਾਇਆ ਕਿ ਚੀਤ ਨਿਰੰਜਨ ਨਾਲ ਕਿਵੇਂ ਜੋੜ ਕੇ ਰੱਖਣਾ ਹੈ। ਆਪ ਜੀ ਸਾਨੂੰ ਸਮਝਾਉਂਦੇ ਨੇ, ਕਾਰਜ, ਕਾਮ, ਬਾਟ, ਘਾਟ, ਜਪੀਜੈ। ਦੇਖੋ ਹੁਣ ਇੱਥੇ ਉਹਨਾਂ ਨੇ ਇਹ ਨਹੀਂ ਆਖਿਆ ਵੀ ਤੁਸੀਂ ਕੰਮ ਛੱਡ ਕੇ ਸਿਮਰਨ ਕਰਿਆ ਜੇ, ਉੱਥੇ ਬਹਿ ਕੇ ਅੱਖਾਂ ਮੀਟ ਕੇ ਸਿਮਰਨ ਕਰੋ, ਇਹ ਨਹੀਂ ਆਖਿਆ। ਗੁਰੂ ਨਾਨਕ ਸਾਹਿਬ ਦਾ ਭਗਤੀ ਮਾਰਗ ਇਸ ਕਰਕੇ ਵਿਲੱਖਣ ਹੈ ਬਾਕੀਆਂ ਨਾਲੋਂ। ਦੂਸਰੇ ਕਹਿ ਰਹੇ ਸੀ ਘਰ ਦੇ ਧੰਦੇ ਛੱਡ ਕੇ ਜੰਗਲਾਂ ਨੂੰ ਚਲੇ ਜਾਓ, ਪਹਾੜਾਂ ਦੀਆਂ ਕੰਧਰਾਂ ਵਿੱਚ ਜਾ ਕੇ ਬੈਠੋ, ਉੱਥੇ ਜਾ ਕੇ ਤੁਹਾਨੂੰ ਇਕਾਗਰਤਾ ਮਿਲੇਗੀ। ਧੂਣੀਆਂ ਤਪਾਓ, ਜਲ ਧਾਰੇ ਕਰੋ, ਘਰ-ਬਾਰ ਛੱਡ ਕੇ ਤੀਰਥਾਂ ਉੱਤੇ ਰਟਨ ਕਰਦੇ ਫਿਰੋ, ਜਾਂ ਤੀਰਥਾਂ ਤੇ ਜਾ ਕੇ ਨਿਵਾਸ ਕਰੋ। ਇਹੋ ਜਿਹੇ ਕਈ ਕਰਮ ਉਹਨਾਂ ਲੋਕਾਂ ਨੇ ਮਨੁੱਖਤਾ ਨੂੰ ਸਿਖਾਏ ਤੇ ਸਮਝਾਏ ਸਨ। ਗੁਰੂ ਨਾਨਕ ਸਾਹਿਬ ਦਾ ਜਿਹੜਾ ਭਗਤੀ ਮਾਰਗ ਏ, ਉਹ ਇਹ ਕੰਮ ਧੰਦਾ ਕਰਦਿਆਂ ਅਸੀਂ ਸਿਮਰਨ ਕਰਨਾ। ਕਾਰਜ ਯਾਨੀ ਕੰਮ ਵਿੱਚ ਜਦੋਂ ਤੁਸੀਂ ਲੱਗੇ ਹੋਏ, ਕਾਮ ਦਾ ਮਤਲਬ ਵੀ ਕੰਮ ਹੈ, ਦੋਵੇਂ ਸਮਾਰਥਿਕ ਸ਼ਬਦ ਨੇ। ਕਿਸੇ ਤਰ੍ਹਾਂ ਦਾ ਤੁਸੀਂ ਕਾਰਜ, ਕਿਸੇ ਤਰ੍ਹਾਂ ਦਾ ਤੁਸੀਂ ਕੰਮ ਕਰ ਰਹੇ ਹੋਵੋ, ਉਸ ਨੂੰ ਕਰਦਿਆਂ ਹੋਇਆਂ ਪ੍ਰਭੂ ਦੀ ਭਗਤੀ ਵਿੱਚ ਲੱਗੇ ਰਹਿਣਾ, ਯਾਨੀ ਉਸ ਮਾਲਕ ਦੀ ਯਾਦ ਨੂੰ ਵਿਸਾਰਨਾ ਨਹੀਂ, ਉਹਦਾ ਚੇਤਾ ਬਣਾ ਕੇ ਰੱਖਣਾ। ਬਾਟ ਦਾ ਮਤਲਬ ਹੈ ਰਸਤਾ, ਜੇ ਤੁਸੀਂ ਰਸਤੇ ਦੇ ਉੱਤੇ ਤੁਰੇ ਜਾ ਰਹੇ ਹੋ। ਘਾਟ ਦਾ ਮਤਲਬ ਹੈ ਅੱਜ ਕੱਲ੍ਹ ਜਿਵੇਂ ਅਸੀਂ ਕਿਸੇ ਬੱਸ ਸਟੈਂਡ ਤੇ ਚਲੇ ਜਾਈਏ, ਕਿਸੇ ਟ੍ਰੇਨ ਸਟੇਸ਼ਨ ਤੇ ਚਲੇ ਜਾਈਏ, ਕਿਸੇ ਏਅਰਪੋਰਟ ਤੇ ਚਲੇ ਜਾਈਏ। ਪੁਰਾਣਿਆਂ ਸਮਿਆਂ 'ਚ ਬੇੜੀ ਦੇ ਘਾਟ ਹੁੰਦੇ ਸਨ, ਜਿੱਥੋਂ ਲੋਕ ਦਰਿਆ ਆਦਿਕ ਪਾਰ ਕਰਦੇ ਸਨ, ਉਹਨੂੰ ਘਾਟ ਕਹਿੰਦੇ ਸਨ। ਅੱਜ ਅਸੀਂ ਇਸ ਤਰੀਕੇ ਨਾਲ ਸਮੁੰਦਰ ਪਾਰ ਕਰਦੇ ਹਾਂ, ਦਰਿਆ ਪਾਰ ਕਰਦੇ ਹਾਂ, ਇਹਨਾਂ ਨੂੰ ਘਾਟ ਹੀ ਕਹਿ ਸਕਦੇ ਹਾਂ। ਸੋ ਬਾਟ, ਰਸਤੇ ਤੇ ਤੁਰਦੇ ਹਾਂ। ਉਦੋਂ ਲੋਕ ਤੁਰ ਕੇ ਜਾਂਦੇ ਸਨ, ਅੱਜ ਅਸੀਂ ਕਾਰ ਦੁਆਰਾ, ਬੱਸ ਦੁਆਰਾ, ਟ੍ਰੇਨ ਦੁਆਰਾ ਜਾਂ ਆਪ ਡਰਾਈਵ ਕਰਕੇ ਜਾਂਦੇ ਹਾਂ। ਸੋ ਰਸਤੇ ਤੇ ਚੱਲਦੇ ਹਾਂ। ਤੁਸੀਂ ਕਿਸੇ ਵੀ ਸਾਧਨ ਨਾਲ ਜਾ ਰਹੇ ਹੋ, ਰੱਬ ਨੂੰ ਯਾਦ ਰੱਖੋ। ਘਾਟ ਦਾ ਮਤਲਬ ਹੈ ਜਦੋਂ ਤੁਸੀਂ ਆਪਣੇ ਟਿਕਾਣੇ ਤੇ ਪਹੁੰਚ ਜਾਓ, ਉੱਥੇ ਵੀ ਰੱਬ ਦਾ ਜਾਪ ਕਰਦੇ ਰਹੋ, ਉਹਨੂੰ ਉੱਥੇ ਵੀ ਨਾ ਭੁਲਾਓ। ਸੋ ਗੁਰੂ ਨਾਨਕ ਸਾਹਿਬ ਦਾ ਇਹ ਜਿਹੜਾ ਭਗਤੀ ਮਾਰਗ ਦਾ ਮੱਤ ਹੈ, ਇਸ ਲਈ ਵਿਲੱਖਣ ਹੈ ਕਿ ਉਹ ਸਾਨੂੰ ਕੁਝ ਛੱਡ ਛਡਾ ਕੇ ਭਗਤੀ ਕਰਨ ਲਈ ਨਹੀਂ ਕਹਿ ਰਹੇ, ਸਗੋਂ ਕਹਿ ਰਹੇ ਨੇ ਪਰਿਵਾਰ ਵਿੱਚ ਰਹਿੰਦੇ ਹੋਏ, ਆਪਣੇ ਘਰ ਵਿੱਚ ਰਹਿੰਦੇ ਹੋਏ, ਕੰਮ ਧੰਦੇ ਕਰਦੇ ਹੋਏ ਪ੍ਰਭੂ ਦੀ ਜਿਹੜੀ ਭਗਤੀ ਹੈ ਨਾ, ਉਸ ਨੂੰ ਤੁਸੀਂ ਕਰਦੇ ਰਹੋ। ਭਗਤ ਕਬੀਰ ਸਾਹਿਬ ਜੀ ਨੇ ਭਗਤ ਨਾਮਦੇਵ ਤੇ ਭਗਤ ਤ੍ਰਿਲੋਚਨ ਜੀ ਦੀ ਜਿਹੜੀ ਆਪਸ ਵਿੱਚ ਗੱਲ ਹੋਈ ਏ, ਉਸ ਨੂੰ ਲਿਖਿਆ ਹੋਇਆ ਆਪਣੇ ਸ਼ਲੋਕਾਂ ਵਿੱਚ। ਉਹ ਕਹਿੰਦੇ ਨੇ ਕਿ ਇੱਕ ਵਾਰੀ ਭਗਤ ਤ੍ਰਿਲੋਚਨ ਜੀ ਨੇ ਨਾਮਦੇਵ ਜੀ ਨੂੰ ਪੁੱਛਿਆ ਸੀ ਕਿ ਤੂੰ ਕੰਮਾਂ 'ਚ ਲੱਗਾ ਰਹਿਣਾ ਹੈ ਤੇ ਤੂੰ ਭਗਤੀ ਕਿਹੜੇ ਵੇਲੇ ਕਰਦਾ ਹੋਏਗਾ। ਸੋ ਉਹਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਭਗਤ ਨਾਮਦੇਵ ਜੀ ਨੇ ਆਖਿਆ ਸੀ, ਨਾਮਾ ਕਹੈ ਤ੍ਰਿਲੋਚਨਾ ਮੁਖ ਤੇ ਰਾਮ ਸਮਾਲ। ਨਾਮਦੇਵ ਜੀ ਤ੍ਰਿਲੋਚਨ ਭਗਤ ਜੀ ਨੂੰ ਆਖਦੇ ਨੇ, ਤ੍ਰਿਲੋਚਨ ਜੀ ਆਪਣੇ ਮੁਖ ਤੋਂ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਜਾਂ ਜਪਿਆ ਕਰੋ। ਹਾਥ ਪਾਉ ਕਰ ਕਾਮ ਸਭ, ਹੱਥਾਂ ਪੈਰਾਂ ਨਾਲ ਕੰਮ ਧੰਦਾ ਕਰੀ ਜਾਓ, ਚੀਤ ਨਿਰੰਜਨ ਨਾਲ ਆਪਣੇ ਚਿੱਤ ਨੂੰ, ਆਪਣੀ ਸੁਰਤ ਨੂੰ ਉਸ ਪਰਮਾਤਮਾ ਦੇ ਨਾਲ ਜੋੜ ਕੇ ਰੱਖੋ। ਇਹ ਸਾਨੂੰ ਗੁਰੂ ਸਾਹਿਬ ਨੇ ਸਮਝਾਇਆ। ਯਾਨੀ ਜਿਹੜਾ ਇਹ ਸ਼ਲੋਕ ਹੈ ਨਾ ਕਬੀਰ ਜੀ ਦਾ, ਇਹ ਵੀ ਗੁਰੂ ਨਾਨਕ ਸਾਹਿਬ ਹੀ ਲੈ ਕੇ ਆਏ ਨੇ ਸਾਡੇ ਤੱਕ। ਉਹਨਾਂ ਨੂੰ ਬੜਾ ਪਸੰਦ ਆਇਆ ਹੋਏਗਾ, ਚੰਗਾ ਲੱਗਾ ਹੋਏਗਾ ਕਿ ਇਹ ਸਿਧਾਂਤ ਜਿਹੜਾ ਮੇਰੇ ਸਿਧਾਂਤਾਂ ਨਾਲ ਮੇਲ ਖਾਂਦਾ ਹੈ ਵੀ ਕੰਮ ਧੰਦਾ ਕਰਦਿਆਂ ਕਾਰਜ, ਕਾਮ, ਬਾਟ, ਘਾਟ ਜਪੀਜੈ। ਵੀ ਹਰ ਕੰਮ ਕਰਦਿਆਂ, ਬਹਿੰਦਿਆਂ, ਉੱਠਦਿਆਂ, ਸੌਂਦਿਆਂ, ਜਾਗਦਿਆਂ, ਖਾਂਦਿਆਂ, ਪੀਂਦਿਆਂ ਮਾਲਕ ਨੂੰ ਯਾਦ ਰੱਖਣਾ, ਉਹਨੂੰ ਭੁਲਾਉਣਾ ਨਹੀਂ। ਇਹ ਸ਼ਲੋਕ ਵੀ ਉਹੋ ਹੀ ਸਿਧਾਂਤ ਦ੍ਰਿੜ ਕਰਵਾਉਂਦਾ ਹੈ। ਇਸ ਲਈ ਇਹ ਸ਼ਲੋਕ ਵੀ ਉਹਨਾਂ ਨੇ ਲਿਆ ਕੇ ਸਾਨੂੰ ਦਿੱਤਾ ਕਿ ਭਾਈ ਤੁਸੀਂ ਚਿੱਤ ਨੂੰ ਆਪਣੇ ਨੂੰ ਨਿਰੰਜਨ ਯਾਨੀ ਵਾਹਿਗੁਰੂ ਜੀ ਦੇ ਨਾਲ ਜੋੜ ਕੇ ਰੱਖਣਾ ਹੈ, ਉਹਨੂੰ ਕਦੇ ਵਿਸਾਰਨਾ ਨਹੀਂ। ਸੋ ਪੁਆਇੰਟ ਨੰਬਰ 4 ਹੈ ਸੰਧਿਆ।
ਅਸੀਂ ਸਵੇਰੇ ਉੱਠੇ ਸਾਂ, ਇਸ਼ਨਾਨ ਪਾਣੀ ਕਰਕੇ ਉਹ 3 ਕਾਰਜ ਕੀਤੇ ਸਨ। ਫਿਰ ਅਸੀਂ ਸਾਰਾ ਦਿਨ ਆਪਣਾ ਕੰਮ ਧੰਦਾ ਕੀਤਾ ਹੈ, ਧਰਮ ਦੀ ਕਿਰਤ ਕੀਤੀ ਏ, ਤੇ ਕਰਦਿਆਂ ਅਸੀਂ ਆਪਣਾ ਚਿੱਤ ਜਿਹੜਾ ਉਹ ਨਿਰੰਜਨ ਨਾਲ ਜੋੜ ਕੇ ਰੱਖਿਆ ਹੈ। ਹੁਣ ਸ਼ਾਮ ਪਈ, ਅਸੀਂ ਘਰ ਨੂੰ ਆ ਗਏ, ਹੁਣ ਸ਼ਾਮ ਨੂੰ ਕੀ ਕਰਨਾ? ਭਾਈ ਗੁਰਦਾਸ ਉਹ ਆਪਣੀ ਬਾਣੀ ਵਿੱਚ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ਵਿੱਚ ਜਦੋਂ ਕਰਤਾਰਪੁਰ ਉਹਨਾਂ ਨੇ ਡੇਰਾ ਕੀਤਾ ਹੈ, ਉਦੋਂ ਆ 2 ਚੀਜ਼ਾਂ ਸ਼ਾਮ ਦੇ ਵੇਲੇ ਹੁੰਦੀਆਂ ਸਨ। ਸ਼ਾਮ ਦੇ ਵੇਲੇ ਕੀ ਹੁੰਦਾ ਸੀ? ਸੰਜੈ ਸੋਦਰ ਗਾਵਣਾ। ਸ਼ਾਮ ਦੇ ਵੇਲੇ ਪ੍ਰਭੂ ਦੀ ਭਗਤੀ ਕਿਵੇਂ ਹੁੰਦੀ ਸੀ? ਸੋਦਰ ਦੀ ਬਾਣੀ ਦਾ ਗਾਇਨ ਹੁੰਦਾ ਸੀ। ਸਾਰੇ ਮਿਲ ਬੈਠ ਕੇ ਵਾਹਿਗੁਰੂ ਜੀ ਦੀ ਉਸਤਤ ਕਰਦੇ ਸਨ, ਸਿਫਤ ਸਲਾਹ ਕਰਦੇ ਸਨ। ਉਹ ਸੋਦਰ ਵਾਲਾ ਇੱਕ ਸ਼ਬਦ ਗਾਇਆ ਕਰਦੇ ਸਨ। ਫਿਰ ਕੀਰਤਨ ਹੁੰਦਾ ਹੋਰ ਸ਼ਬਦਾਂ ਦਾ। ਫਿਰ ਰਾਤੀ ਕੀਰਤ ਸੋਹਿਲਾ। ਸੰਧਿਆ ਤੋਂ ਬਾਅਦ ਯਾਨੀ ਸੋਦਰ ਦੇ ਪਾਠ ਤੋਂ ਬਾਅਦ, ਵਾਹਿਗੁਰੂ ਜੀ ਦੀ ਸਿਫਤ ਸਲਾਹ ਤੋਂ ਬਾਅਦ ਵਿੱਚ ਫਿਰ ਰਾਤ ਨੂੰ ਯਾਨੀ ਉਸ ਤੋਂ ਬਾਅਦ ਵਿੱਚ ਕੀਰਤਨ ਹੁੰਦਾ। ਕੀਰਤ ਦਾ ਮਤਲਬ ਹੈ ਸਿਫਤ ਸਲਾਹ। ਵਾਹਿਗੁਰੂ ਜੀ ਦੀ ਸਿਫਤ ਸਲਾਹ ਗੁਰੂ ਸਾਹਿਬ ਚਾਹੇ ਆਪਣੇ ਬਚਨਾਂ ਰਾਹੀਂ, ਕਥਾ ਰਾਹੀਂ ਕਰਦੇ, ਜਾਂ ਉਹ ਕੋਈ ਭਾਈ ਮਰਦਾਨਾ ਜੀ ਨੂੰ ਕਹਿੰਦੇ ਕਿ ਆਪਾਂ ਸ਼ਬਦ ਗਾਇਨ ਕਰੀਏ, ਜਾਂ ਜਿਹੜੀ ਸੰਗਤ ਮਿਲਦੀ ਉਹ ਸ਼ਬਦ ਗਾਇਨ ਕਰਦੇ। ਸੋ ਇਸ ਤਰ੍ਹਾਂ ਕੀਰਤਨ ਹੁੰਦਾ। ਫਿਰ ਸੋਹਿਲੇ ਦਾ ਨਾ ਇੱਕ ਸ਼ਬਦ ਉਦੋਂ ਪੜ੍ਹਿਆ ਜਾਂਦਾ ਸੀ। ਇਹ ਮੈਂ ਨਿਤਨੇਮ ਵਾਲੀ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਕਰਾਂਗਾ। ਸੋ ਇਹ ਬਚਨ ਨੇ ਸ਼ਾਮ ਦੇ ਵਕਤ ਭਾਈ ਗੁਰਦਾਸ ਕਹਿੰਦੇ ਨੇ ਕਿਸ ਤਰ੍ਹਾਂ ਗੁਰੂ ਸਾਹਿਬ ਆਪ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਦੇ ਤੇ ਸੰਗਤ ਨੂੰ ਜੁੜਨ ਦੀ ਪ੍ਰੇਰਨਾ ਕਰਦੇ ਸਨ। ਸ਼ਾਮ ਨੂੰ ਅਸੀਂ ਘਰ ਆਏ ਹਾਂ, ਥੋੜ੍ਹਾ ਆਰਾਮ ਕਰੋ, 5 ਇਸ਼ਨਾਨਾਂ ਕਰ ਲਓ। ਥੋੜ੍ਹਾ ਆਰਾਮ ਕਰਨ ਤੋਂ ਬਾਅਦ ਫਿਰ ਸਾਰੇ ਮਿਲ ਕੇ ਪਰਿਵਾਰ ਵਿੱਚ ਮਿਲ ਕੇ ਬੈਠੋ। ਜੇ ਪਰਿਵਾਰ ਦਾ ਨਹੀਂ ਮਨ ਤੇ ਤੁਸੀਂ ਇਕੱਲੇ ਕਰ ਲਓ। ਇਹਦੇ 'ਚ ਕੋਈ ਜ਼ਰੂਰੀ ਨਹੀਂ ਵੀ ਅਸੀਂ ਦੂਜਿਆਂ ਨਾਲ ਕੋਈ ਜੁੜੇ ਜਾਂ ਬੱਝੇ ਹੋਏ ਆ, ਐਸਾ ਕੁਝ ਨਹੀਂ ਹੈਗਾ। ਸਾਰੇ ਮਿਲ ਕੇ ਕਰਨਾ ਚਾਹੋ ਮਿਲ ਕੇ ਕਰ ਲਓ। ਜੇ ਦੂਜਿਆਂ ਦਾ ਨਹੀਂ ਮਨ, ਕਈ ਵਾਰੀ ਪਰਿਵਾਰਾਂ ਵਿੱਚ ਜ਼ਰੂਰੀ ਨਹੀਂ ਕਿ ਸਾਰੇ ਹੀ ਬੜੀ ਭਗਤੀ ਭਾਵ ਵਾਲੇ ਹੁੰਦੇ ਨੇ ਸਿੱਖ ਲੋਕ, ਐਸਾ ਕੁਝ ਨਹੀਂ ਹੈਗਾ। ਸਿੱਖਾਂ 'ਚ ਕੋਈ ਨਹੀਂ ਬਹੁਤੇ ਭਗਤੀ ਵਾਲੇ ਲੋਕ। ਇਹ ਐਵੇਂ ਹੀ ਬਣਿਆ ਹੈ ਕਿ ਅਸੀਂ ਇਹ ਬਾਹਰੀ ਪਹਿਰਾਵਾ ਜਿਹਾ ਪਾ ਕੇ ਤੇ ਅਸੀਂ ਭਗਤੀ ਭਾਵ ਵਾਲੇ ਬਣ ਜਾਂਦੇ ਹਾਂ, ਅਸੀਂ ਧਾਰਮਿਕ ਲੋਕ ਬਣ ਜਾਂਦੇ ਹਾਂ। ਐਸਾ ਕੁਝ ਵੀ ਨਹੀਂ, ਕਿਉਂਕਿ ਮੈਂ ਸਿੱਖਾਂ ਨੂੰ ਨੇੜਿਓਂ ਹੋ ਕੇ ਵੇਖ ਚੁੱਕਾ ਹਾਂ। ਪਰ ਜਿਹੜੇ ਕਰਨਾ ਚਾਹੁੰਦੇ ਹੋ ਤੁਸੀਂ ਜੇ ਪਰਿਵਾਰ ਮਿਲ ਕੇ ਬੈਠੇ ਤੇ ਬੜੀ ਖੁਸ਼ੀ ਦੀ ਗੱਲ ਏ। ਨਾ ਮਿਲ ਕੇ ਬੈਠਣਾ ਕੋਈ ਚਾਹੇ ਤੇ ਇਕੱਲੇ ਕਰੋ। ਸ਼ਾਮ ਦੇ ਵੇਲੇ ਥੋੜ੍ਹਾ ਆਰਾਮ ਕਰਨ ਤੋਂ ਬਾਅਦ 5 ਇਸ਼ਨਾਨਾਂ ਕਰ ਲਓ। ਫਿਰ ਸੋਦਰ ਦਾ ਪਾਠ ਕਰੋ। ਉਸ ਤੋਂ ਬਾਅਦ ਜੇ ਮਿਲ ਬੈਠ ਕੇ ਕੋਈ ਗੱਲਬਾਤ ਕਰਨ ਦਾ ਸਮਾਂ ਹੈ, ਉਹ ਗੱਲਬਾਤ ਕਰੋ। ਸੌਣ ਲੱਗਿਆਂ ਫਿਰ ਸੋਹਿਲਾ ਦਾ ਪਾਠ ਕਰਕੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਕਿ ਪ੍ਰਮਾਤਮਾ ਤੇਰੀ ਕਿਰਪਾ ਦੇ ਨਾਲ ਮੈਂ ਅੱਜ ਅੰਮ੍ਰਿਤ ਵੇਲਾ ਵੀ ਸੰਭਾਲ ਪਾਇਆ। ਤੇਰੀ ਕਿਰਪਾ ਨਾਲ ਮੈਂ ਸਾਰਾ ਦਿਨ ਧਰਮ ਦੀ ਕਿਰਤ ਕਰਦਾ ਰਿਹਾ ਤੇ ਤੇਰੀ ਯਾਦ ਨੂੰ ਮੈਂ ਕੋਸ਼ਿਸ਼ ਕੀਤੀ ਹੈ ਕਿ ਨਾ ਭੁਲਾਵਾਂ। ਤੇਰੀ ਯਾਦ ਨੂੰ ਮੈਂ ਤਾਜ਼ਾ ਆਪਣੇ ਦਿਮਾਗ ਵਿੱਚ ਰੱਖਾਂ। ਸ਼ਾਮ ਪਈ ਏ ਮੇਰੇ ਮਾਲਕ ਜੀ, ਮੈਂ ਤੇਰੀ ਬਾਣੀ ਦਾ ਪਾਠ ਕੀਤਾ ਹੈ, ਮੈਂ ਸੋਦਰ ਗਾਵਿਆ ਹੈ, ਮੈਂ ਸਿਮਰਨ ਕੀਤਾ ਹੈ, ਮੈਂ ਤੇਰੀ ਸਿਫਤ ਸਲਾਹ ਕੀਤੀ ਏ। ਹੁਣ ਮੈਂ ਸੋਹਿਲੇ ਦਾ ਪਾਠ ਕਰਕੇ ਮੈਂ ਸੌਣ ਲੱਗਾ ਹਾਂ, ਕਿਉਂਕਿ ਜਿਹੜੀ ਨੀਂਦ ਹੈ ਨਾ, ਇਹ ਬੜੀ ਜ਼ਰੂਰੀ ਹੈ ਸਰੀਰ ਵਾਸਤੇ ਨਾ, ਇਹਦੀ ਬੜੀ ਹੀ ਜ਼ਰੂਰਤ ਹੈ। ਸਰੀਰ ਸਾਡਾ ਫਿਰ ਤਾਜ਼ਾ ਹੁੰਦਾ ਹੈ ਨੀਂਦ ਨੂੰ ਪਾ ਕੇ। ਸੋ ਹੇ ਵਾਹਿਗੁਰੂ ਜੀ, ਹੁਣ ਮੈਂ ਸੌਣ ਲੱਗਾ, ਮੇਰੇ ਤੇ ਕਿਰਪਾ ਕਰੀ। ਸੁੱਤਿਆਂ ਪਿਆਂ ਵੀ ਮੈਨੂੰ ਤੇਰੀ ਯਾਦ ਕਿਸੇ ਨਾ ਕਿਸੇ ਰੂਪ ਵਿੱਚ ਬਣੀ ਰਹੇ। ਚਾਹੇ ਤੇਰਾ ਮੈਨੂੰ ਸੁਪਨਾ ਆਉਂਦਾ ਰਹੇ, ਚਾਹੇ ਮੇਰੀ ਸੁਰਤ ਤੇਰੇ ਕਿਸੇ ਸ਼ਬਦ ਨਾਲ ਜੁੜੀ ਰਹੇ, ਚਾਹੇ ਮੈਂ ਕਿਤੇ ਖਿਆਲਾਂ ਵਿੱਚ ਤੇਰੀ ਭਗਤੀ ਭਾਵ ਦੇ ਵਿੱਚ ਕਿਸੇ ਸੰਗਤ ਵਿੱਚ ਬੈਠਾ ਹੋਵਾਂ, ਇਹ ਮੇਰੇ ਤੇ ਮਿਹਰ ਕਰੀ। ਸੋ ਇਸ ਤਰ੍ਹਾਂ ਆਪਾਂ ਸ਼ਾਮ ਦਾ ਵੇਲਾ ਸੰਭਾਲਣਾ। ਸੋ ਇਹ ਸਨ ਇਹ ਜਿਹੜੇ 4 ਨੇ ਨਾ ਬਚਨ ਗੁਰੂ ਸਾਹਿਬ ਦੇ। ਸ਼ਾਮ ਦੇ ਵਕਤ ਸਵੇਰੇ ਉੱਠਣਾ, ਫਿਰ ਭਗਤੀ ਕਰਨੀ, ਫਿਰ ਸਾਰਾ ਦਿਨ ਕਿਰਤ ਕਰਨੀ, ਫਿਰ ਸ਼ਾਮ ਦਾ ਵਕਤ ਸੰਭਾਲਣਾ, ਇਹ ਬੜਾ ਜ਼ਰੂਰੀ ਹੈ। ਮੈਂ ਗੁਰੂ ਨਾਨਕ ਸਾਹਿਬ ਦਾ ਇੱਕ ਛੋਟਾ ਜਿਹਾ ਇਤਿਹਾਸਕ ਬਚਨ ਕਰਕੇ ਤੇ ਸਮਾਪਤੀ ਕਰ ਦੇਣਾ। ਉਹਨਾਂ ਦਾ ਇਤਿਹਾਸਕ ਬਚਨ ਇਹ ਹੈ ਕਿ ਸੁਲਤਾਨਪੁਰ ਜਦੋਂ ਆਪਣੀ ਉਹ ਜੌਬ ਕਰ ਰਹੇ ਸਨ ਨਾ, ਮੋਦੀ ਖਾਨਾ ਚਲਾ ਰਹੇ ਸਨ, ਕਿਸੇ ਕਾਰਨ ਸ਼ਾਮ ਦਾ ਵੇਲਾ ਉਹਨਾਂ ਦਾ ਮਤਲਬ ਖੁੰਝ ਗਿਆ। ਉਹ ਆਪਣੇ ਨਿਯਤ ਕੀਤੇ ਹੋਏ ਸਮੇਂ ਤੇ ਉਹ ਕਾਰਜ ਜਿਹੜਾ ਕਰਨਾ ਸੀ ਉਹਨਾਂ ਪ੍ਰਭੂ ਦੀ ਭਗਤੀ ਵਾਲਾ, ਉਹ ਨਾ ਕਰ ਪਾਏ।
ਵੈਸੇ ਇਹ ਨਹੀਂ ਕਿ ਉਹਨਾਂ ਨੂੰ ਰੱਬ ਜੀ ਭੁੱਲ ਗਏ ਸਨ, ਲੇਕਿਨ ਜਿਹੜਾ ਸੀ ਨਾ ਉਹ ਪਾਠ ਕਰਨ ਦਾ ਜਾਂ ਬਹਿ ਕੇ ਵਿਚਾਰ ਵਟਾਂਦਰਾ ਕਰਨ ਦਾ ਸਮਾਂ ਉਹ ਕਿਸੇ ਤਰ੍ਹਾਂ ਲੇਟ ਹੋ ਗਿਆ। ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਗੁਰੂ ਜੀ ਅੱਜ ਥੋੜਾ ਜਿਹਾ ਲੱਗ ਰਿਹਾ ਹੈ ਕਿ ਜਿਵੇਂ ਤੁਹਾਡੇ ਚਿਹਰੇ ਤੇ ਖਿੜਾਓ ਨਹੀਂ, ਕੀ ਕਾਰਨ ਹੈ? ਗੁਰੂ ਜੀ ਨੇ ਜਿਹੜਾ ਬਚਨ ਆਖਿਆ ਸੀ ਇਤਿਹਾਸ ਵਿੱਚ ਲਿਖਿਆ ਹੋਇਆ, ਮੇਰਾ ਕੀ ਬਣੇਗਾ, ਕੁਐਸਚਨ ਮਾਰਕ, ਮੇਰਾ ਕੀ ਬਣੇਗਾ। ਉਹਨੇ ਪੁੱਛਿਆ ਕਿਉਂ, ਇਹੋ ਜੀ ਕੀ ਗੱਲ ਹੋਈ? ਸਤਿਗੁਰੂ ਆਖਣ ਲੱਗੇ, ਇਸ ਕਿਰਤ ਵਿੱਚ ਲੱਗਿਆ ਹੋਇਆ ਮੇਰਾ ਸ਼ਾਮ ਦਾ ਵੇਲਾ ਅੱਜ ਜਿਹੜਾ ਮੇਰੇ ਹੱਥੋਂ ਨਿਕਲ ਗਿਆ। ਸੋ ਗੁਰੂ ਨਾਨਕ ਸਾਹਿਬ ਅੰਮ੍ਰਿਤ ਵੇਲੇ ਉੱਠ ਕੇ ਉਹ ਵੇਈਂ ਦੇ ਕਿਨਾਰੇ ਜਾਂਦੇ ਸਨ, ਸੁਲਤਾਨਪੁਰ ਹੁੰਦਿਆਂ ਉੱਥੇ ਇਸ਼ਨਾਨ ਕਰਦੇ ਸਨ, ਫਿਰ ਵੇਈਂ ਦੇ ਕਿਨਾਰੇ ਤੇ ਹੀ ਚੌਂਕੜਾ ਲਗਾ ਕੇ ਨੇਤਰ ਬੰਦ ਕਰਕੇ ਹਨੇਰੇ ਵਿੱਚ ਪ੍ਰਭੂ ਦੀ ਭਗਤੀ ਵਿੱਚ ਜੁੜਦੇ। ਜਿਵੇਂ ਦਿਨ ਦਾ ਚੜ੍ਹਾਅ ਹੁੰਦਾ ਉੱਥੇ ਹੀ ਸੰਗਤ ਆ ਜਾਂਦੀ, ਫਿਰ ਉੱਥੇ ਹੀ ਕੀਰਤੀ ਹੁੰਦੀ, ਵਾਹਿਗੁਰੂ ਜੀ ਦੀ ਬਾਣੀ ਦਾ ਪਾਠ ਹੁੰਦਾ ਜਿੰਨਾ ਵੀ ਉਦੋਂ ਸੀ। ਫਿਰ ਗੁਰੂ ਸਾਹਿਬ ਸਾਰਾ ਦਿਨ ਧਰਮ ਦੀ ਕਿਰਤ ਕਰਦੇ ਤੇ ਫਿਰ ਉਹ ਸ਼ਾਮ ਦਾ ਵੇਲਾ ਸੰਭਾਲਦੇ, ਫਿਰ ਆਪਣੇ ਘਰ ਜਾਂਦੇ ਤੇ ਆਰਾਮ ਨਾਲ ਰਾਤ ਨੂੰ ਆਰਾਮ ਕਰਦੇ। ਸੋ ਇਹ ਸੀ ਉਹਨਾਂ ਦਾ ਇਸ ਤਰ੍ਹਾਂ ਦਾ ਅੰਮ੍ਰਿਤ ਵੇਲੇ ਆਪਣਾ ਭਗਤੀ ਮਾਰਗ ਜੋ ਸਾਨੂੰ ਉਹਨਾਂ ਨੇ ਸਿਖਾਇਆ। ਸੋ ਇਹਨਾਂ 4 ਪੁਆਇੰਟਸ ਦੇ ਉੱਤੇ ਆਪਾਂ ਅੱਜ ਗੱਲਬਾਤ ਕੀਤੀ ਹੈ। ਆਸ ਹੈ ਕਿ ਆਪਾਂ ਸਾਰਿਆਂ ਨੂੰ ਸਮਝ ਆ ਗਈ ਹੋਵੇਗੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਭਗਤੀ ਮਾਰਗ ਕੀ ਹੈ, ਕਿਹੋ ਜਿਹਾ ਹੈ, ਤੇ ਉਹ ਬਾਕੀ ਮਾਰਗਾਂ ਨਾਲੋਂ ਥੋੜਾ ਵਿਲੱਖਣ ਕਿਵੇਂ ਹੈ। ਸੋ ਆਪਾਂ ਯਤਨ ਕਰੀਏ, ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣ ਦੇ ਨਾਤੇ ਮੈਂ ਤੇ ਸਾਰੀ ਮਾਨਵਤਾ ਨੂੰ ਹੀ ਕਹਿਣਾ ਚਾਹਾਂਗਾ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਾਨੂੰ ਭਗਤੀ ਦਾ ਮਾਰਗ ਵਿਖਾਇਆ ਹੈ, ਇਹ ਬੜਾ ਹੀ ਆਸਾਨ ਹੈ, ਸਹਿਜ ਸੁਭਾਏ ਹੋ ਸਕਦਾ ਹੈ। ਪਰਿਵਾਰ ਵਿੱਚ ਰਹਿੰਦਿਆਂ, ਕੰਮ ਧੰਦਾ ਕਰਦਿਆਂ ਅਸੀਂ ਪ੍ਰਭੂ ਦੀ ਭਗਤੀ ਕਰਕੇ ਆਪਣਾ ਮਨੁੱਖਾ ਜੀਵਨ ਜਿਹੜਾ ਹੈ ਉਸ ਨੂੰ ਸਫਲ ਬਣਾ ਸਕਦੇ ਹਾਂ। ਸੋ ਆਪਾਂ ਇਸ ਮਾਰਗ ਨੂੰ ਜ਼ਰੂਰ ਅਪਣਾਈਏ। ਸੋ ਅਗਲੀ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਜਿਹੜਾ ਹੈ ਨਾ ਆਉਣ ਵਾਲਾ ਸ਼ੁੱਕਰਵਾਰ, ਉਸ ਦਿਨ ਮੈਂ ਆਪ ਜੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਿੱਚੋਂ ਕੁਝ ਵਿਚਾਰ ਸਾਂਝੇ ਕਰਾਂਗਾ, ਕਿਉਂਕਿ 11 ਤਰੀਕ ਨੂੰ 11 ਜੂਨ ਜੋ ਹੈ ਉਹ ਉਹਨਾਂ ਦਾ ਗੁਰਿਆਈ ਗੱਦੀ ਦਿਵਸ ਹੈ। ਸੋ ਆਪਾਂ ਉਹਦੇ ਸੰਬੰਧ ਵਿੱਚ ਗੱਲਬਾਤ ਕਰਾਂਗੇ। ਆਪ ਸਾਰੀ ਸੰਗਤ ਦਾ ਮੈਂ ਸਵਾਗਤ ਕਰਦਾ ਹਾਂ ਅਤੇ ਧੰਨਵਾਦ ਵੀ ਕਰਦਾ ਹਾਂ, ਆਪ ਜੀ ਨੇ ਪਿਆਰ ਨਾਲ ਬੈਠ ਕੇ ਸੁਣਿਆ। ਤੇ ਮੈਂ ਵੀ ਚਾਹਾਂਗਾ ਕਿ ਜਿਹੜੇ ਭੈਣਾਂ ਭਰਾਵਾਂ ਨੂੰ ਨਹੀਂ ਪਤਾ, ਜੇ ਤੁਸੀਂ ਦੱਸ ਪਾਓ ਕਿਸੇ ਨੂੰ ਕਿ ਆਪਣਾ ਜਿਹੜਾ ਇਹ ਵਕਤ ਹੈ, ਆਪਾਂ ਸ਼ੁੱਕਰਵਾਰ ਸ਼ਾਮ ਨੂੰ 7:30 ਤੋਂ 8 ਵਜੇ ਤੱਕ ਤੇ ਐਤਵਾਰ ਸਵੇਰੇ 10:30 ਤੋਂ 11 ਵਜੇ ਤੱਕ 2-4 ਮਿੰਟ ਉੱਤੇ ਹੋ ਸਕਦੇ ਨੇ। ਮੈਨੂੰ ਸੰਗਤ ਨੇ ਕਾਫੀ ਟੈਕਸਟ ਕਰਕੇ ਆਖਿਆ ਸੀ ਕਿ ਜੇ 2-4 ਮਿੰਟ ਉੱਤੇ ਹੋ ਜਾਣ ਤੇ ਕੋਈ ਗੱਲ ਨਹੀਂ, ਇਸ ਲਈ ਮੈਂ ਖੁੱਲ੍ਹ ਲੈ ਲਈ ਉਹਨਾਂ ਦੇ ਕਹਿਣ ਤੇ ਕਿ ਚਲੋ ਮੈਂ ਕਾਹਲੀ ਨਾ ਕਰਾਂ, ਆਪਣੇ ਟੌਪਿਕ ਨੂੰ ਸੰਕੋਚਣ ਦਾ ਛੇਤੀ ਨਾਲ ਯਤਨ ਨਾ ਕਰਾਂ, ਮੈਂ ਆਪਣੀ ਗੱਲ ਠੀਕ ਢੰਗ ਨਾਲ ਪੂਰੀ ਕਰ ਸਕਾਂ। ਸੋ ਆਪ ਸੁਣਿਆ ਕਰੋ, ਹੋਰ ਕੋਈ ਭੈਣ ਭਰਾ ਸੁਣਨਾ ਚਾਹੇ ਉਸ ਨੂੰ ਵੀ ਦੱਸ ਦਿਆ ਕਰੋ ਕਿ ਇਸ ਵਕਤ ਆਪਾਂ ਵਿਚਾਰ ਵਟਾਂਦਰਾ ਕਰਦੇ ਹਾਂ। ਜਿੰਨਾ ਚਿਰ ਗੁਰੂ ਘਰ ਦੇ ਪ੍ਰੋਗਰਾਮ ਨਹੀਂ ਜਾਰੀ ਹੁੰਦੇ, ਉਨਾ ਚਿਰ ਆਪਾਂ ਇਸ ਸੇਵਾ ਨੂੰ ਜਾਰੀ ਰੱਖਾਂਗੇ। ਵਾਹਿਗੁਰੂ ਸਭਨਾਂ ਤੇ ਮਿਹਰ ਕਰੇ, ਸਭਨਾਂ ਨੂੰ ਤੰਦਰੁਸਤੀ ਬਖਸ਼ੇ। ਇਹ ਜਿਹੜਾ ਮਹਾਮਾਰੀ ਦਾ ਕਰੋਨਾ ਵਾਇਰਸ ਦਾ ਸਮਾਂ ਚੱਲ ਰਿਹਾ ਹੈ, ਇਸ ਤੋਂ ਮਾਲਕ ਸਾਨੂੰ ਸਭ ਜੀਵਾਂ ਨੂੰ ਨਿਜਾਤ ਦਿਵਾਵੇ ਤੇ ਸਾਨੂੰ ਸਭਨਾਂ ਨੂੰ ਤੰਦਰੁਸਤੀ ਬਖਸ਼ੇ। ਸਰਬੱਤ ਦਾ ਮਾਲਕ ਭਲਾ ਕਰੇ। ਇਹਨਾਂ ਸ਼ਬਦਾਂ ਨਾਲ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਚਾਹਾਂਗਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।